देश दुनिया च वसते पंजाबियों ਨੂੰ ਜੀ ਆਇਆਂ। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट सरदार हमीर सिंह जी और सरदार जगतार सिंह जी। मैं जी आया थैंक यू, शुक्रिया जी। देश ਦੇ ਵਿੱਚ ਜਦੋਂ ਗੱਠਜੋੜ ਦਾ ਦੌਰ ਚੱਲ ਰਿਹਾ, ਗੱਲਬਾਤ ਚੱਲ ਰਹੀ ਆ ਤੇ ਚੰਡੀਗੜ੍ਹ ਦੇ ਵਿੱਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਾ ਅਹੁਦਾ ਸੰਭਾਲਣ ਮੌਕੇ ਸੁਨੀਲ ਜਾਖੜ ਅਕਾਲੀਆਂ ਦੇ ਸਾਹਮਣੇ ਇੱਕ ਰਾਈਡਰ ਲਾ ਦਿੰਦੇ ਆ ਔਰ ਗੱਠਜੋੜ ਦੇ ਵਿੱਚ ਅਕਾਲੀਆਂ ਦੀ ਸਥਿਤੀ ਨਾਜ਼ੁਕ ਬਣਾ ਦਿੰਦੇ ਆ। ਇਹ ਦੌਰ ਬੜੇ ਸੰਵੇਦਨਸ਼ੀਲ ਨੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਕਦਮ ਫੂਕ ਕੇ ਰੱਖਿਆ ਜਾ ਰਿਹਾ, ਪਰ ਸੁਨੀਲ ਜਾਖੜ ਦਾ ਖੁਦ ਮੁਖਤਾਰੀ ਦਾ ਜ਼ਿਕਰ ਕਰਨਾ, ਛੋਟੇ ਭਰਾ ਦੀ ਭੂਮਿਕਾ ਤੋਂ ਇਨਕਾਰ ਕਰਨਾ ਤੇ ਹੋਰ ਬਹੁਤ ਸਾਰੀਆਂ ਸੰਕੇਤਕ ਗੱਲਾਂ ਜਿਹੜੀਆਂ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਤੇ ਪ੍ਰਭਾਸ਼ਿਤ ਕਰਨਗੀਆਂ, ਉਹਨਾਂ ਨਾਲ ਤੁਹਾਡੀ ਸਾਂਝ ਪਾਉਂਦੇ ਆ। ਅਸੀਂ ਇਹਨਾਂ ਦੇ ਲੁਕਵੇਂ ਅਰਥਾਂ ਤੱਕ ਜਾਣਦੇ ਆ ਜੋ ਘਟਨਾਕ੍ਰਮ ਵਾਪਰ ਰਹੇ ਆ। ਇਸੇ ਹੀ ਦੌਰ ਦੇ ਵਿੱਚ, ਇਸੇ ਦਰਮਿਆਨ ਦੇ ਵਿੱਚ ਕਾਂਗਰਸ ਆਪਣਾ ਯੂਥ ਪ੍ਰਧਾਨ ਡਿਕਲੇਅਰ ਕਰ ਦਿੰਦੀ ਹੈ। ਮੋਹਿਤ ਮਹਿੰਦਰਾ, ਬ੍ਰਹਮਿੰਦਰਾ ਦੇ ਪੁੱਤਰ, ਬੜੀ ਦੇਰ ਦੀ ਇਹ ਨਿਯੁਕਤੀ ਰੁਕੀ ਹੋਈ ਸੀਗੀ। ਅੱਜ ਨਿਯੁਕਤੀ ਦੇ ਟਾਈਮਿੰਗ ਨੂੰ ਲੈ ਕੇ ਇਹਦੇ ਨਾਲ ਸੰਬੰਧਿਤ ਗੱਲ ਵੀ ਕਰਦੇ ਆ ਔਰ ਇਹਦੇ ਨਾਲ ਤੀਜੀ ਖਬਰ ਤੇ ਜਾਵਾਂਗੇ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਗਵਰਨਰ ਨੂੰ ਚਿੱਠੀ ਲਿਖਦੇ ਆ ਨਾ ਕਿ ਸਾਡੀ ਪਾਰਟੀ ਰਜਿਸਟਰਡ ਪਾਰਟੀ ਆ, ਨੈਸ਼ਨਲ ਪਾਰਟੀ ਹੋ ਗਈ ਆ, ਹੁਣ ਸਾਨੂੰ ਚੰਡੀਗੜ੍ਹ ਦੇ ਵਿੱਚ ਦਫ਼ਤਰ ਦਿਓ, ਪਾਰਟੀ ਲਈ ਦਫ਼ਤਰ ਦਿਓ। ਬੜੀ ਚੰਗੀ ਗੱਲ ਆ, ਉਹਨਾਂ ਨੂੰ ਦਫ਼ਤਰ ਮਿਲਣਾ ਚਾਹੀਦਾ, ਸਾਰੀਆਂ ਪਾਰਟੀਆਂ ਦੇ ਦਫ਼ਤਰ ਹੈ। ਪਰ ਚੰਗਾ ਹੁੰਦਾ ਜੇਕਰ ਮੁੱਖ ਮੰਤਰੀ ਇਹਦੇ ਨਾਲ ਨਾਲ ਗਵਰਨਰ ਨੂੰ ਇਹ ਵੀ ਯਾਦ ਕਰਾਉਂਦੇ ਕਿ ਤੁਸੀਂ ਕਿਉਂਕਿ ਸੰਵਿਧਾਨਕ ਮੁਖੀ ਹੋ ਤੇ ਕੇਂਦਰ ਨੂੰ ਇਹ ਲਿਖੋ ਸਟੇਟ ਵੱਲੋਂ ਕਿ ਚੰਡੀਗੜ੍ਹ ਦਾ ਫੈਸਲਾ ਕਰੇ, ਪੰਜਾਬ ਦੀ ਰਾਜਧਾਨੀ ਜੇ ਦੇ ਦੇਣ ਤੇ ਇਹੋ ਜਿਹੇ ਫੈਸਲੇ ਦਫ਼ਤਰਾਂ ਵਾਲੇ ਅਸੀਂ ਆਪ ਕਰ ਲਿਆ ਕਰਾਂਗੇ। ਸੁਪਰੀਮ ਕੋਰਟ ਦੇ ਵਿੱਚੋਂ ਈਡੀ ਦੇ ਮੁਖੀ ਦੇ ਕਾਰਜਕਾਲ ਸੰਬੰਧੀ ਇੱਕ ਫੈਸਲਾ ਆਉਂਦਾ। ਸਾਰੀਆਂ ਗੱਲਾਂ ਲੈਂਦੇ ਆ ਸਰਦਾਰ ਹਮੀਰ ਸਿੰਘ ਜੀ। ਸਭ ਤੋਂ ਪਹਿਲਾਂ ਵੈਸੇ ਤਾਂ ਇਸ ਗੱਲ ਦੇ ਬਹੁਤ ਵੱਡੇ ਅਰਥ ਨਹੀਂ ਕਿ ਸੁਨੀਲ ਜਾਖੜ ਆਪਣੀ ਕੁਰਸੀ ਤੇ ਬਹਿ ਜਾਂਦੇ ਆ ਤੇ ਕੁਰਸੀ ਤੇ ਬਿਠਾਉਣ ਲਈ ਉਹਨਾਂ ਨੂੰ ਉਹਨਾਂ ਦੇ ਸਾਰੇ ਲੀਡਰ ਥੱਲੇ ਦੇ ਔਰ ਉੱਪਰ ਵਾਲੇ ਆਉਂਦੇ ਨੇ ਪੰਜਾਬ ਨਾਲ ਜੁੜੇ ਹੋਏ, ਪਰ ਅਰਥ ਇਸ ਗੱਲ ਦੇ ਵੱਡੇ ਆ ਕਿ ਪਹਿਲੇ ਦਿਨ ਹੀ ਉਹ ਸਾਫ਼ ਸੰਕੇਤ ਦੇ ਰਹੇ ਆ, ਆਪਣੇ ਥੱਲੇ ਤੱਕ ਸੁਨੇਹਾ ਲਾ ਰਹੇ ਆ, ਮੀਡੀਆ ਨੂੰ ਸੁਨੇਹਾ ਲਾ ਰਹੇ ਆ ਕਿ ਅਸੀਂ ਹੁਣ ਛੋਟੇ ਭਰਾ ਦੀ ਭੂਮਿਕਾ 'ਚ ਬਿਲਕੁਲ ਨਹੀਂ, ਅਸੀਂ ਦੂਜੀਆਂ ਪਾਰਟੀਆਂ ਦੇ ਫੈਸਲਿਆਂ ਦੇ ਉੱਤੇ ਨਹੀਂ ਪੜਨਾ, ਅਸੀਂ ਹੁਣ ਦੂਜਿਆਂ ਦੇ ਮੂੰਹ ਵੱਲ ਨਹੀਂ ਵੇਖਣਾ। ਖੁਦ ਮੁਖਤਾਰੀ ਤੋਂ ਮਤਲਬ ਇਹ ਵੀ ਹੈ। ਔਰ ਜੋ ਉਹ ਕਹਿ ਰਹੇ ਨੇ ਇਹਦਾ ਸਾਫ਼ ਸੰਕੇਤ ਪਹਿਲੀ ਨਜ਼ਰੇ ਤਾਂ ਇਹ ਲਿਆ ਜਾ ਰਿਹਾ ਸੀ ਜਿਵੇਂ ਖਹਿਰਾ ਸਾਹਿਬ ਆਮ ਆਦਮੀ ਪਾਰਟੀ 'ਚ ਹੁੰਦਿਆਂ ਪੰਜਾਬ ਦੀ ਇਕਾਈ ਲਈ ਖੁਦ ਮੁਖਤਾਰੀ ਮੰਗਦੇ ਸੀ, ਲੇਕਿਨ ਇੱਥੇ ਜਾਖੜ ਸਾਹਿਬ ਨਿੱਜੀ ਗੱਲਬਾਤ ਦੇ ਵਿੱਚ ਵੀ ਕਲੀਅਰ ਕਰ ਰਹੇ ਆ ਕਿ ਨਹੀਂ, ਖੁਦ ਮੁਖਤਾਰੀ ਦਾ ਮਤਲਬ ਇਹ ਆ ਕਿ ਅਸੀਂ ਪਿਛਲੇ ਸਮਿਆਂ ਦੇ ਵਿੱਚ ਦੂਜੀ ਪਾਰਟੀ ਵੱਲ ਵੇਖ ਕੇ ਫੈਸਲੇ ਲੈਂਦੇ ਰਹੇ ਹਾਂ ਔਰ ਅਸੀਂ ਹੁਣ ਪੂਰੀ ਤਰ੍ਹਾਂ ਆਪਣੀਆਂ ਲੱਤਾਂ ਤੇ ਚੱਲਾਂਗੇ ਔਰ ਅਸੀਂ ਹੁਣ ਬਿਲਕੁਲ ਪੂਰੀ ਤਰ੍ਹਾਂ ਆਤਮ ਨਿਰਭਰ ਹੈ ਔਰ ਵਰਕਰਾਂ ਨੂੰ ਸੁਨੇਹਾ ਇਹੀ ਹੈ। ਗੱਲ ਤੋਰਿਓ ਜਰਾ। ਬਿਲਕੁਲ ਵੈਸੇ ਤਾਂ ਨਾਰਮਲ ਟ੍ਰੈਂਡ ਹੈ ਕਿ ਸਟੇਟ ਯੂਨਿਟਾਂ ਦੇ ਪ੍ਰੈਜ਼ੀਡੈਂਟ ਲਾਏ ਜਾਂਦੇ ਨੇ, ਹਟਾਏ ਜਾਂਦੇ ਨੇ ਔਰ ਉਹ ਕੋਈ ਬਹੁਤ ਜ਼ਿਆਦਾ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਚੁਣ ਕੇ ਨਹੀਂ ਆਉਂਦੇ। ਪਾਰਟੀਆਂ ਦੀ ਅੰਦਰੂਨੀ ਜਮਹੂਰੀਅਤ ਦਾ ਇੱਕ ਤਾਂ ਗੱਲ ਹੈ। ਜੇਕਰ ਪੋਲੀਟੀਕਲ ਐਂਗਲ ਤੋਂ ਓਵਰਆਲ ਸੀਨ ਦੇਖੀ ਜਾਏ, ਨੋਮੀਨੇਸ਼ਨਾਂ ਨੇ ਬੇਸਿਕਲੀ ਇਟ ਮੀਨਸ ਪਾਰਟੀ ਪ੍ਰਧਾਨ ਉੱਪਰਲੀ ਹਾਈ ਕਮਾਂਡ ਜਿਹੜੀ ਹੈ ਉਹ ਤਾਕਤ ਉਹਨੂੰ ਡੈਲੀਗੇਟ ਕਰਦੀ ਹੈ। ਜਿੰਨੀ ਤਾਕਤ ਡੈਲੀਗੇਟ ਉਹਦੇ ਕੋਲ ਹੋਈ ਹੁੰਦੀ ਹੈ ਤੇ ਉਹਦੇ ਪੈਰਾਡਾਈਮ 'ਚ ਉਹਦੇ ਇੱਕ ਦਾਇਰੇ 'ਚੋਂ ਖੇਡਦਾ ਤੇ ਉਹਦੇ ਦਾਇਰੇ 'ਚੋਂ ਕੰਮ ਕਰਦਾ ਉਸ ਪੱਧਰ ਦੇ ਉੱਤੇ। ਔਰ ਜਾਖੜ ਉਹਨਾਂ ਨੇ ਵੀ ਅੱਜ ਉਹਨੂੰ ਕੁਝ ਵੀ ਕਹੋ ਚਾਰਜ ਸੰਭਾਲਿਆ, ਤਾਜਪੋਸ਼ੀ ਹੋਈ ਜਾਂ ਕੁਝ ਵੀ, ਉਹ ਜਿਹੜੀਆਂ ਚੀਜ਼ਾਂ ਨੇ ਬਿਨਾਂ ਸ਼ੱਕ ਇਸ ਵਾਰ ਕਿਉਂਕਿ ਉਹ ਬੀਜੇਪੀ ਦੇ ਬਾਹਰੀ ਬੰਦੇ ਨੇ ਜਿਹੜੇ ਪ੍ਰੈਜ਼ੀਡੈਂਟ ਬਣੇ ਨੇ, ਜਿਹੜੇ ਖਾਸ ਤੌਰ ਤੇ ਆਰਐਸਐਸ ਆਈਡੀਓਲੋਜੀ ਨਾਲ ਨਹੀਂ ਜੁੜੇ ਹੋਏ। ਔਰ ਦੂਜੀ ਗੱਲ ਇਹ ਵੀ ਹੈ ਇਸੇ ਤਰੀਕੇ ਦੇ ਨਾਲ ਕਿ ਅੰਦਰ ਬੀਜੇਪੀ ਦੇ ਜਿਹੜਾ ਕੋਰ ਟੀਮ ਸੀ ਉਹ 'ਚ ਹਰਟ ਬਰਨਿੰਗ ਵੀ ਥੋੜੀ ਜਿਹੀ ਦਿਖਾਈ ਦਿੰਦੀ ਸੀ, ਪਰ ਅੱਜ ਕੱਲ ਇਹਦੇ ਨਾਲ ਇਸ ਪ੍ਰੋਸੈਸ ਦੇ ਨਾਲ ਹੌਲੀ ਹੌਲੀ ਉਹਨਾਂ ਨੂੰ ਇਕਜੁੱਟਤਾ ਵੱਲ ਲਿਜਾਣ ਦੀ ਵੀ ਗੱਲ ਹੈ। ਹੁਣ ਜਿਹੜਾ ਮੈਸੇਜ ਮੇਰੇ ਖਿਆਲ ਹਾਈ ਕਮਾਂਡ ਨੇ ਵੀ ਦੇ ਕੇ ਭੇਜਿਆ ਹੋਣਾ ਸੁਨੀਲ ਜਾਖੜ ਉਹਨਾਂ ਨੂੰ, ਤੇ ਆਪ ਵੀ ਉਹ ਜੋ ਗੱਲ ਕਰ ਰਹੇ ਨੇ, ਬਿਨਾਂ ਸ਼ੱਕ ਪੈਨ ਪੰਜਾਬ ਉਹਨਾਂ ਦੀ ਇੱਕ ਮਤਲਬ ਅਪਰੋਚ ਤਾਂ ਹੈ, ਜਾਣਦੇ ਨੇ, ਉਹਨਾਂ ਦੀ ਘੱਟੋ ਘੱਟ ਪਛਾਣ ਹੈ, ਜੇਕਰ ਰਿਕੋਗਨੀਸ਼ਨ ਹੈ ਕਿ ਕੋਈ ਲੀਡਰ ਹੈ ਜਿਹੜਾ ਪੰਜਾਬ 'ਚ ਜਾਣਿਆ ਜਾਂਦਾ। ਤੇ ਜਿਹੜਾ ਇਹ ਕਹਿਣਾ ਕਿ ਹੁਣ ਅੱਗੇ ਤੋਂ ਅਸੀਂ ਆਪਣੇ ਦਮ ਤੇ ਆਪਣੇ ਤਰੀਕੇ ਨਾਲ ਪੰਜਾਬ ਦੇ ਵਿੱਚ ਵਿਚਰਨਾ, ਪੰਜਾਬ ਦਾ, ਪੰਜਾਬ ਦੇ ਵਿਰਸੇ ਦਾ, ਪੰਜਾਬ ਦਾ ਨੇਚਰ ਜਿਹੜੀ ਹੈ ਪੋਲੀਟੀਕਲ ਮਾਨਸਿਕੀ ਜਾਤ ਸਭੇ ਇੱਕ ਪਹਿਚਾਣ ਬੋ ਤੋਂ ਲੈ ਕੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਬੋਲੀਆਂ ਵੀ ਕਿ ਇੱਕ ਅਲੱਗ ਟਾਈਪ ਦੇ ਕਲਚਰ ਦੇ ਰਾਹੀਂ ਅਸੀਂ ਪੈਦਾ ਉਸ ਲੈਵਲ ਤੇ ਗੱਲ ਕਰਦੇ। ਉਹਨਾਂ ਨੇ ਇੱਥੋਂ ਤੱਕ ਵੀ ਗੱਲ ਕਹੀ ਕਿ ਪੂਰੇ ਦੇਸ਼ ਦਾ ਜਿਹੜਾ ਵਸਿੰਦਾ ਹੈ, ਵੱਖ-ਵੱਖ ਸੂਬੇ ਨੇ, ਉਹਨਾਂ ਦੇ ਬੰਦੇ ਦਿਮਾਗ ਤੋਂ ਕੰਮ ਲੈਂਦੇ ਨੇ, ਪਰ ਅਸੀਂ ਪੰਜਾਬੀ ਦਿਲ ਤੋਂ ਕੰਮ ਲੈਂਦੇ ਆ।
ਇਸ ਲਈ ਦਿਲ ਤੋਂ ਕੰਮ ਲੈ ਕੇ ਜਿਹੜਾ ਇੱਕ ਕੰਮ ਉਸ ਪੱਧਰ ਦੇ ਉੱਤੇ ਕਰਦੇ ਆ। ਹੁਣ ਸਾਨੂੰ ਸੋਚ ਸਮਝ ਕੇ ਫਿਊਚਰ ਦੇ ਵਿੱਚ ਉਹ ਗੱਲ ਕਰਨੀ ਪਏਗੀ, ਜਿਹਦੇ ਚ ਇੱਕ ਖੁਦ ਮੁਖਤਾਰੀ ਵਾਲੀ ਗੱਲ ਵੀ ਆਉਂਦੀ ਹੈ। ਖੁਦ ਮੁਖਤਾਰੀ ਦਾ ਜਨਰਲ ਸੰਦਰਭ ਤਾਂ ਕਈ ਐਂਗਲ ਲੈਂਦਾ ਹੈ। ਇੱਕ ਐਂਗਲ ਉਹ ਇਹ ਵੀ ਲੈਂਦਾ ਹੈ, ਹੋ ਸਕਦਾ ਅੰਦਰ ਖਾਤੇ ਬੀਜੇਪੀ ਹਾਈ ਕਮਾਨ ਨੇ ਇੰਨਾ ਕਿਹਾ ਹੋਵੇ ਉਹਨਾਂ ਨੂੰ ਵੀ ਕੋਈ ਗੱਲ ਨਹੀਂ, ਤੁਸੀਂ ਪੰਜਾਬ ਸੰਭਾਲੋ, ਥੋੜਾ ਆਪਣੇ ਢੰਗ ਨਾਲ ਆਪਣੇ ਤਰੀਕੇ ਨਾਲ ਵੀ ਚੱਲ ਸਕਦੇ ਹੋ, ਕੋਈ ਫਰਕ ਨਹੀਂ ਪੈਣਾ, ਜ਼ਰੂਰੀ ਨਹੀਂ ਹਰ ਚੀਜ਼ ਮੱਖੀ ਤੇ ਮੱਖੀ ਮਾਰਨੀ ਹੈ। ਹੋ ਸਕਦਾ ਇਹ ਇੱਕ ਐਂਗਲ ਵੀ ਅੱਗੇ ਕਿਤੇ ਦਿੱਤਾ ਹੋਵੇ ਕਿ ਤੁਸੀਂ ਜੋ ਆਪਣੇ ਤਰੀਕੇ ਨਾਲ ਸੋਚਦੇ ਹੋ ਉਹਨਾਂ ਕੁ ਲਿਬਰਟੀ ਲੈ ਸਕਦੇ ਹੋ, ਕਿਉਂਕਿ ਪੰਜਾਬ 'ਚ ਤਜਰਬਾ ਕਰਨਾ ਬੀਜੇਪੀ ਲਈ ਕੋਈ ਬਹੁਤ ਔਖਾ ਕੰਮ ਨਹੀਂ। ਇੱਥੇ ਗਾਉਂਦੇ ਨਹੀਂ ਜ਼ਿਆਦਾ, ਉਹਨੂੰ ਜਿੰਨਾ ਕੁ ਹੈ ਖੱਟਣ ਨੂੰ ਇਹ ਗਾਉਣ ਲਈ ਘੱਟ ਹੈ ਕੰਪੈਰੀਟਿਵਲੀ, ਬਹੁਤ ਛੋਟੀ ਪਾਰਟੀ ਉਸ ਪੱਧਰ ਦੇ ਉੱਤੇ ਸੀਗੀ। ਪਰ ਜਾਖੜ ਸਾਹਿਬ ਜਿਸ ਐਂਗਲ ਤੋਂ ਲੈਂਦੇ ਨੇ ਉਹਦਾ ਮਤਲਬ ਉਹ ਅਲਾਇੰਸ ਚੋਂ ਲੈਂਦੇ ਨੇ। ਅਲਾਇੰਸ ਦੇ ਵਿੱਚ ਇਹ ਹੈ ਕਿ ਉਹ ਛੋਟਾ ਪਾਰਟਨਰ ਰਿਹਾ, ਛੋਟਾ ਭਰਾ ਰਿਹਾ। ਹਰ ਸਮੇਂ ਛੋਟੇ ਭਰਾ ਵਾਲੀ ਪਰਿਭਾਸ਼ਾ ਤੇ ਮਾਨਸਿਕਤਾ ਤੋਂ ਬਾਹਰ ਨਿਕਲੋ, ਔਰ ਮਾਨਸਿਕਤਾ ਚੋਂ ਬਾਹਰ ਨਿਕਲਦੇ ਹੋਏ ਪੰਜਾਬ 'ਚ ਇੱਕ ਬਰਾਬਰੀ ਔਰ ਪੰਜਾਬ ਦੇ ਵਿੱਚ ਇੱਕ ਮੇਅਰ ਪਾਰਟੀ ਦੇ ਤੌਰ ਤੇ ਇੱਕ ਭੂਮਿਕਾ ਨਿਭਾਉਣ ਦੇ ਵਾਸਤੇ ਉਹਨਾਂ ਨੇ ਇਹ ਕਿਹਾ ਵੀ ਹੈ ਨਾਲ ਦੀ ਨਾਲ ਕਿ ਸੀਟਾਂ ਸੂਟਾਂ ਜਿਹੜੀਆਂ ਨੇ ਇਹ ਸ਼ਬਦ ਵਰਤਿਆ ਕਿ ਮਾਨੇ ਨਹੀਂ ਰੱਖਦੀਆਂ। ਜਦੋਂ ਤੁਸੀਂ ਪੰਜਾਬ ਦੇ ਲੋਕਾਂ ਦਾ ਮਨ ਜਿੱਤੋਗੇ ਪੰਜਾਬ ਦੇ ਸਰੋਕਾਰਾਂ ਨਾਲ ਜੋੜ ਕੇ, ਤਾਂ ਸੀਟਾਂ ਪਿੱਛੇ ਆਉਣਗੀਆਂ ਆਪਣੇ ਆਪ। ਇਹਦਾ ਮਤਲਬ ਕੀ ਹੈ ਕਿ ਅਸੀਂ ਸੀਟਾਂ ਦੀ ਵੰਡ 'ਚ ਨਹੀਂ ਪੈਂਦੇ ਉਸ ਪੱਧਰ ਦੇ ਉੱਤੇ। ਅਸੀਂ ਉਹਨਾਂ ਹੀ ਗੱਲਾਂ 'ਚ ਪੁਰਾਣੀਆਂ ਟਰਮ 'ਚ ਤੇ ਨਹੀਂ ਖੇਡਾਂਗੇ, ਅੱਗੇ ਨੂੰ ਜੇਕਰ ਕੋਈ ਗੱਲ ਵੀ ਹੋਏਗੀ ਅਸੀਂ ਆਪਣੇ ਆਪ ਉਸ ਲੈਵਲ ਦੀ ਗੱਲ ਕਰਾਂਗੇ। ਇਟ ਮੀਨ ਜੇ ਕਾਫੀ ਕਲੀਅਰ ਕਿਸੇ ਪਾਰਟੀ ਦੇ ਸਟੇਟ ਪ੍ਰੈਜ਼ੀਡੈਂਟ ਨੇ ਇੱਕ ਮੈਸੇਜ ਦਿੱਤਾ ਕਿ ਅਜੇ ਤੱਕ ਨਹੀਂ ਹੈ ਕੋਈ ਸਾਡੀ ਮਾਨਸਿਕਤਾ ਕਿ ਅਸੀਂ ਅਲਾਇੰਸ ਕਰਨ ਦੀ ਉਸ ਲੈਵਲ ਤੇ ਕੋਈ ਗੱਲ ਕਰਦੇ ਹਾਂ। ਅਕਾਲੀ ਦਲ ਦੇ ਅੰਦਰ ਵੀ ਜੇਕਰ ਮੇਰੀ ਪਿਛਲੇ ਅਜੇ 2 ਦਿਨ ਪਹਿਲੇ ਕਿਸੇ ਬੜੇ ਸੀਨੀਅਰ ਲੀਡਰ ਨਾਲ ਵੀ ਗੱਲ ਹੋ ਰਹੀ ਸੀ, ਹੋਰਾਂ ਨਾਲ ਵੀ, ਅੰਦਰ ਖਾਤੇ ਅਕਾਲੀ ਦਲ ਦੇ ਵੀ ਸਾਰਾ ਕੈਡਰ ਅਜੇ ਕਲੀਅਰ ਨਹੀਂ ਹੈ ਕਿ ਬੀਜੇਪੀ ਨਾਲ ਅਲਾਇੰਸ ਜਾਣਾ ਚਾਹੀਦਾ ਜਾਂ ਨਹੀਂ। ਇੱਕ ਗਰੁੱਪ ਅੰਦਰ ਖਾਤੇ ਇਹ ਵੀ ਹੈ ਕਿ ਜੇ ਅਕਾਲੀ ਦਲ ਨੇ ਖੜਾ ਹੋਣਾ ਪਹਿਲਾਂ ਉਹਨੂੰ ਆਪਣੇ ਦਮ ਤੇ ਪੰਜਾਬ 'ਚ ਪੰਥਕ ਧਿਰ ਦੇ ਤੌਰ ਤੇ, ਬਾਕੀ ਚੀਜ਼ਾਂ ਦੇ ਤੌਰ ਤੇ ਖੁਦ ਆਪਣੇ ਪੈਰਾਂ ਤੇ ਖੜਾ ਹੋਣ ਦੀ ਗੱਲ ਹੈ। ਅਲਾਇੰਸ ਨੂੰ ਬਾਅਦ ਦੀਆਂ ਗੱਲਾਂ ਨੇ। ਜੇ ਪਹਿਲਾਂ ਹੀ ਅਲਾਇੰਸ ਦੇ ਚੱਕਰ 'ਚ ਪੈ ਕੇ ਕਰ ਗਏ, ਆਪਣੀਆਂ ਸਾਰੀਆਂ ਗਲਤੀਆਂ ਪੁਰਾਣੀਆਂ ਇੰਪਰੂਵ ਨਾ ਕੀਤੀਆਂ, ਬਾਕੀ ਚੀਜ਼ਾਂ ਨਾ ਕੀਤੀਆਂ, ਤਾਂ ਉਹਦਾ ਵੀ ਕੋਈ ਫਾਇਦਾ ਨਹੀਂ ਹੋਣਾ। ਉਹਦੇ ਅੰਦਰ ਵੀ ਅਜੇ ਇੱਕ ਮੰਥਨ ਉਸ ਪੱਧਰ ਦੇ ਉੱਤੇ ਚੱਲ ਰਿਹਾ ਹੈ। ਪੂਰੀ ਤਰ੍ਹਾਂ ਸਹਿਮਤੀ ਉਵੇਂ ਨਹੀਂ ਹੈ, ਪਰ ਮੇਰਾ ਖਿਆਲ ਹੈ ਕਿਉਂਕਿ ਪੋਲੀਟੀਸ਼ੀਅਨ ਨੂੰ ਇਹ ਚਾਹੀਦਾ ਹੁੰਦਾ ਵੀ ਉਹ ਚਰਚਾ 'ਚ ਰਹਿਣ, ਜਿਵੇਂ ਵੀ ਕਰਕੇ, ਜੇ ਇੱਧਰ ਕਰਕੇ ਰਹਿਣ ਉੱਧਰ ਕਰਕੇ ਰਹਿਣ, ਉਹ ਅਲੱਗ ਗੱਲ ਹੈ। ਪਰ ਹੁਣ ਇਹ ਗੱਲ ਬੜੀ ਕਲੀਅਰ ਹੈ ਕਿ ਜਿਹੜਾ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਅਕਾਲੀ ਦਲ ਦੇ ਪ੍ਰਤੀਕਰਮ ਦੀ ਵੀ ਲੋਕਾਂ ਨੂੰ ਉਮੀਦ ਰਹੇਗੀ ਕਿ ਕੀ ਦਿੰਦੇ ਨੇ ਉਹ, ਕਿਹੜੇ ਸ਼ਬਦਾਂ 'ਚ, ਨਵੇਂ ਤੁਲੇ ਸ਼ਬਦਾਂ 'ਚ ਦਿੰਦੇ ਨੇ, ਜਾਂ ਕੋਈ ਥੋੜਾ ਜਿਹਾ ਗਰਮ ਮਿਜਾਜ ਨਾਲ ਦਿੰਦੇ ਨੇ, ਜਾਂ ਕਿਸ ਐਂਗਲ ਤੋਂ ਦਿੰਦੇ ਨੇ। ਤਾਂ ਪੰਜਾਬ ਦੀ ਸਿਆਸਤ 'ਚ ਇਹ ਇੱਕ ਅੱਧਾ ਦਿਨ ਹੋਰ ਮੇਰਾ ਖਿਆਲ ਹੈ ਇਹ ਗੱਲ ਨਵੀਂ ਚੱਲ ਪਊਗੀ, ਕਿਉਂਕਿ ਜੋ ਸੁਨੀਲ ਜਾਖੜ ਨੇ ਭਾਸ਼ਣ ਕੀਤਾ ਉਹਦੇ ਭਾਸ਼ਣ ਤੋਂ ਪੋਲਿਟਿਕਸ ਦੇ ਵਿੱਚ ਇੱਕ ਗਰਮਾਹਟ ਜ਼ਰੂਰ ਆਏਗੀ ਚਰਚਾ ਦੇ ਤੌਰ। ਬਿਲਕੁਲ ਆਏਗੀ। ਔਰ ਹੁਣ ਤੱਕ ਵੈਸੇ ਆਮ ਤੌਰ ਤੇ ਡਾਕਟਰ ਦਲਜੀਤ ਸਿੰਘ ਚੀਮਾ ਕਹਿ ਹੀ ਦਿੰਦੇ ਹੁੰਦੇ ਆ। ਮੈਨੂੰ ਲੱਗਦਾ ਇਸ ਵਾਰੀ ਪ੍ਰਧਾਨ ਸਾਹਿਬ ਸੋਚ 'ਚ ਹੋਣਗੇ ਕਿ ਕੁਝ ਕਹਿਣਾ ਜਾਂ ਨਹੀਂ, ਜਾਂ ਚੁੱਪ ਕਰਕੇ ਸਾਰਿਆ ਜਾਵੇ। ਇਸ ਗੱਲ ਨੂੰ ਅਹਿਮੀਅਤ ਦੇਣੀ ਹੈ ਕਿ ਨਹੀਂ, ਜਾਂ 18 ਤਰੀਕ ਦੀ ਜਿਹੜੀ ਮੀਟਿੰਗ ਲੰਘਣ ਤੋਂ ਬਾਅਦ ਬੀਜੇਪੀ ਦਾ ਰੁਖ ਦੇਖ ਕੇ। ਸਰਦਾਰ ਜਗਤਾਰ ਸਿੰਘ ਜੀ, 2 ਪਹਿਲੂ ਜਿਹੜੇ ਜਿਨ੍ਹਾਂ ਦਾ ਸੰਦਰਭ ਅਹਿਮ ਆ। ਇੱਕ ਤਾਂ ਪੰਜਾਬ ਦੀ ਭਾਜਪਾ ਤੇ ਪੰਜਾਬ ਦੇ ਭਾਜਪਾਈ ਅਕਸਰ ਇਗਨੋਰਡ ਫੀਲ ਕਰਦੇ ਹੁੰਦੇ ਸੀ, ਕਿਉਂਕਿ ਭਾਜਪਾ ਦੇ ਫੈਸਲਿਆਂ ਨੂੰ ਵੀ ਸੁਖਬੀਰ ਬਾਦਲ ਉੱਪਰੋਂ ਜਾ ਕੇ ਬਦਲ ਲੈਂਦੇ ਸੀ, ਜਾਂ ਫੈਸਲਾ ਉੱਪਰੋਂ ਲੈ ਆਉਂਦੇ ਸੀ, ਥੱਲੇ ਵਾਲਿਆਂ ਦਾ ਸਟੈਂਡ ਹੀ ਰਹਿ ਜਾਂਦਾ ਸੀ। ਸੋ ਮੈਂ ਇੱਕ ਤਾਂ ਇਹ ਪਹਿਲੂ। ਦੂਜਾ, ਸੁਨੀਲ ਜਾਖੜ ਹਿੰਦੂ ਹੋਣ ਕਰਕੇ, ਹਿੰਦੂ ਪੋਲੀਟੀਸ਼ੀਅਨ ਹੋਣ ਕਰਕੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਰਹਿ ਗਏ। ਪਰ ਜੇ ਮੈਂ ਅੱਜ ਇਹ ਗੱਲ ਕਹਾਂ ਕਿ ਸੁਨੀਲ ਜਾਖੜ ਹਿੰਦੂ ਹੋਣ ਕਰਕੇ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਬਣ ਗਏ, ਇਹਦੇ 'ਚ ਕੋਈ ਅੱਖ ਕਥਨੀ ਨਹੀਂ ਹੋਊਗੀ। ਕਈ ਵਾਰੀ ਜਿਹੜੀ ਚੀਜ਼ ਤੁਹਾਨੂੰ ਹਰਟ ਕਰਦੀ ਆ, ਤੰਗ ਕਰਦੀ ਆ, ਮਲਾਲ ਹੁੰਦਾ ਹੈ ਕਿ ਯਾਰ ਇਹ ਸਾਡੀ ਅਪਰੋਚ ਕੀ ਆ, ਦੂਜੇ ਨਜ਼ਰ ਤੋਂ ਉਹੀ ਤੁਹਾਨੂੰ ਪੇ ਕਰ ਰਹੀ ਹੁੰਦੀ ਹੈ ਇਹ ਗੱਲਾਂ। ਤੀਜੀ ਗੱਲ, ਇਹਦੇ ਵਿੱਚ ਅਕਾਲੀ ਦਲ ਲਈ ਹੁਣ ਇੱਕ ਸਾਫ਼ ਜਿਹਾ ਰਸਤਾ ਬਣ ਗਿਆ ਕਿ ਉਹਨਾਂ ਨੇ ਆਪਣੇ ਪੈਰਾਂ ਤੇ ਖੜਾ ਹੋਣ ਨੂੰ ਤਰਜੀਹ ਦੇਣੀ ਆ, ਜਾਂ ਉਹਨਾਂ ਨੇ ਵੀ ਵਿਸਾਖੀਆਂ ਦਾ ਸਹਾਰਾ ਲੈਣਾ ਹੈ। ਕਿਸੇ ਪਾਵਰ ਨਾਲ ਜੁੜ ਕੇ ਹੀ ਉਹ ਅੱਗੇ ਵੱਧ ਸਕਦੇ ਆ, ਪਾਵਰ ਹੀ ਉਹਨਾਂ ਨੂੰ ਖੜੇ ਹੋਣ ਲਈ ਇੱਕ ਆਧਾਰ ਦੇ ਸਕਦੀ ਹੈ। ਇਹ 2 ਗੱਲਾਂ। ਤੇ ਸੁਨੀਲ ਜਾਖੜ ਦੇ ਬਿਆਨ ਦਾ ਸੰਦਰਭ ਕਿ ਭਾਰਤੀ ਜਨਤਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਕੇਂਦਰ ਵਾਲੀ ਜਦੋਂ ਕੋਈ ਫੈਸਲੇ ਲਊਗੀ ਤਾਂ ਉਹ ਪ੍ਰਦੇਸ਼ ਇਕਾਈ ਵੱਲੋਂ ਲਏ ਗਏ ਸਟੈਂਡ ਨੂੰ ਉਸੇ ਤਰੀਕੇ ਨਾਲ ਹੀ ਦੇਖੂਗੀ, ਜਾਂ ਉਹ ਜੋ ਮਰਜ਼ੀ ਫਿਰ ਫੈਸਲਾ ਲੈਣਗੇ ਤੇ ਥੱਲੇ ਵਾਲਿਆਂ ਦੇ ਸਟੈਂਡ ਉਸੇ ਤਰ੍ਹਾਂ ਹੀ ਬਣੇ ਰਹਿ ਜਾਂਦੇ ਆ। ਤੁਸੀਂ ਇੱਕਦਮ ਕਈ ਪੁਆਇੰਟ ਰੇਜ਼ ਕਰਤੇ, ਸ਼ਾਇਦ ਮੇਰੇ ਦਿਮਾਗ 'ਚੋਂ ਕੁਝ ਨਿਕਲ ਜਾਣ,
ਗੱਲ ਕਰਦੇ ਕਰਦੇ ਯਾਦ ਕਰਾ ਦਿਓ। ਜੀ ਇੱਕ ਵੈਲਕਮ ਸਟੈਪ ਹੈ ਕਿ ਸੁਨੀਲ ਜਾਖੜ ਹੋਰਾਂ ਨੇ ਪੰਜਾਬ ਦੇ ਵਿੱਚ ਪੋਲੀਟੀਕਲ ਡਿਬੇਟ ਦੀ ਕੁਝ ਨਵੀਆਂ ਕੰਡੀਸ਼ਨਸ ਲੇ ਡਾਊਨ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਹ ਬੀਜੇਪੀ ਵਾਸਤੇ ਨਵਾਂ ਇੱਕ ਨੈਰੇਟਿਵ ਸੈੱਟ ਕਰ ਰਿਹਾ। ਜਦੋਂ ਉਹ ਕਹਿੰਦੇ ਆ ਕਿ ਅਸੀਂ ਲੋਕਾਂ ਦੇ ਦਿਲ ਜਿੱਤਣੇ ਆ, ਸੀਟਾਂ ਦੀ ਗੱਲ ਤਾਂ ਬਾਅਦ ਦੇ ਵਿੱਚ ਹੈ, ਇੱਕ ਨਵੀਂ ਤਰ੍ਹਾਂ ਦੀ ਕਨਵਰਸੇਸ਼ਨ ਉਹ ਪੰਜਾਬ ਵਿੱਚ ਸ਼ੁਰੂ ਕਰਨਾ ਚਾਹੁੰਦੇ। ਉਹਦਾ ਕਾਰਨ ਹੈ ਬਹੁਤ ਵੱਡਾ। ਪੰਜਾਬ ਦੇ ਵਿੱਚ ਬੀਜੇਪੀ ਨੇ ਕਦੇ ਵੀ ਆਪਣੇ ਆਪ ਨੂੰ ਪੰਜਾਬ ਦੇ ਸਰੋਕਾਰਾਂ ਨਾਲ, ਪੰਜਾਬ ਦੀ ਤਹਿਜੀਬ ਨਾਲ, ਪੰਜਾਬ ਦੇ ਕੰਸਰਤ ਨਾਲ ਕਦੇ ਆਈਡੈਂਟੀਫਾਈ ਨਹੀਂ ਕੀਤਾ, ਜਾਂ ਲੋਕਾਂ ਦੇ ਵਿੱਚ ਪਰਸੈਪਸ਼ਨ ਹੈ ਕਿ ਇਹ ਪਾਰਟੀ ਪੰਜਾਬ ਦੇ ਸਰੋਕਾਰਾਂ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਨਹੀਂ ਕਰਦੀ। ਤੇ ਲੰਬਾ ਇਤਿਹਾਸ ਹੈ ਸਾਰੀ ਗੱਲ ਦਾ, ਕਿਉਂਕਿ ਜਿਹੜੇ ਇਸ਼ੂਜ਼ ਪੰਜਾਬ ਦੇ ਵਿੱਚ ਡੋਮੀਨੇਟ ਕਰਦੇ ਰਹੇ ਹੈ ਉਹਨਾਂ ਤੇ ਬੀਜੇਪੀ ਦਾ ਇੱਕ ਵੱਖਰਾ ਸਟੈਂਡ ਰਿਹਾ ਹੈ, ਜਿਹਨੂੰ ਨਾਰਮਲੀ ਐਂਟੀ ਪੰਜਾਬ ਗਿਣਿਆ ਜਾਂਦਾ ਸੀ। ਸੋ ਉਹ ਹੁਣ ਉਹ ਮੁਹਾਵਰਾ ਮੇਰੇ ਖਿਆਲ ਦੇ ਵਿੱਚ ਚੇਂਜ ਕਰਨਾ ਚਾਹੁੰਦੇ। ਇਹ ਬੜਾ ਵੈਲਕਮ ਸਟੈਪ ਹੈ ਬੀਜੇਪੀ ਵਾਸਤੇ। ਨਵੀਂ ਗੱਲ ਹੋਏਗੀ ਕਿ ਪੁਰਾਣੀ ਸਾਰੀ ਉਸ ਜਿਹੜੀ ਉਹਨਾਂ ਦੀ ਟਰਮੀਨੋਲੋਜੀ ਸੀ ਉਹਦੇ ਵਿੱਚ ਨਿਕਲ ਕੇ ਇੱਕ ਨਵਾਂ ਮੁਹਾਵਰਾ ਸੈੱਟ ਕਰਨਾ, ਇਹ ਪਹਿਲਾ ਸਟੈਪ ਪਾਰਟੀ ਦਾ ਹੋਏਗਾ, ਜਿਹਦੇ ਨਾਲ ਇਹ ਲੋਕਾਂ 'ਚ ਜਾਣ ਦਾ ਆਪਣਾ ਰਾਹ ਖੋਲ ਸਕਦੀ ਹੈ। ਦੂਸਰੀ ਗੱਲ ਜਿਹੜੀ ਉਹਨਾਂ ਨੇ ਕੀਤੀ ਹੈ ਵੀ ਅਸੀਂ ਛੋਟੇ ਭਰਾ ਨਹੀਂ ਰਹਿਣਾ, ਬਿਲਕੁਲ ਠੀਕ ਹੈ ਉਹਨਾਂ ਦੀ। ਇਹ ਖਾਸ ਬਹੁਤ ਵਧੀਆ, ਖਾਸ ਦੇ ਵਿੱਚ ਕੋਈ ਰੌਲਾ ਨਹੀਂ ਗਾ। ਜਿਵੇਂ ਮੈਂ ਕਿਹਾ ਵੀ ਉਹ ਨਵਾਂ ਨੈਰੇਟਿਵ ਸੈੱਟ ਕਰਨਾ ਚਾਹੁੰਦੇ ਹੈ, ਇਹ ਵੀ ਉਹਦਾ ਪਾਰਟ ਹੈਗਾ। ਲੇਕਿਨ ਉਹਦੇ 'ਚ ਇੱਕ ਸਮੱਸਿਆ ਹੁੰਦੀ ਹੈ ਕਿ ਜਦੋਂ ਤੁਹਾਡੀ ਬਾਰਗੇਨਿੰਗ ਹੁੰਦੀ ਹੈ ਕਿਸੇ ਅਲਾਇੰਸ ਦੇ ਵਿੱਚ, ਉਹਦੀਆਂ ਕੁਝ ਸ਼ਰਤਾਂ ਹੁੰਦੀਆਂ। ਸ਼ਰਤਾਂ ਨਾ ਕਹੋ, ਤੁਸੀਂ ਪਾਰਟੀ ਦੀ ਪਰਫਾਰਮੈਂਸ ਹੁੰਦੀ ਹੈ। ਬੀਜੇਪੀ ਪੰਜਾਬ ਦੇ ਵਿੱਚ ਕਦੇ ਵੀ ਉਸ ਪੋਜੀਸ਼ਨ 'ਚ ਨਹੀਂ ਰਹੀ ਜਿਹਦੇ ਵਿੱਚ ਉਹ ਅਲਾਇੰਸ ਦੇ ਵਿੱਚ ਆਪਣੇ ਟਰਮਸ ਡਿਕਟੇਟ ਕਰ ਸਕੇ। ਇਲੈਕਟੋਰਲ ਹਿਸਟਰੀ ਦੇ ਵਿੱਚ ਮੈਂ 66 ਤੋਂ ਬਾਅਦ ਦੀ ਗੱਲ ਜੇ ਕਰਾਂ ਤੇ ਬੀਜੇਪੀ ਨੇ ਜੇ ਕਦੇ ਸਭ ਤੋਂ ਜ਼ਿਆਦਾ ਸੀਟਾਂ ਲਈਆਂ ਉਹ ਸੀ 1877 ਦੇ ਇਲੈਕਸ਼ਨ, 97 ਦੇ ਇਲੈਕਸ਼ਨ ਦੇ ਵਿੱਚ। ਉਦੋਂ ਅਲਾਇੰਸ ਸੀ ਅਕਾਲੀ ਦਲ ਦੇ ਨਾਲ। ਅਕਾਲੀ ਦਲ ਨੂੰ 75 74+1 ਤੇ 18 ਬੀਜੇਪੀ ਨੂੰ ਅਲਾਇੰਸ ਦੇ ਵਿੱਚ ਸੀਗੀ। ਤਾਂ ਬੜਾ ਵੱਡਾ ਮੈਂਡੇਟ ਸੀਗਾ। ਜੇ ਉਸ ਤੋਂ ਪਹਿਲਾਂ ਤੁਸੀਂ ਲਓ, ਜਦੋਂ ਬੀਜੇਪੀ ਨੇ ਇਕੱਲੇ ਨੇ ਇਲੈਕਸ਼ਨ ਲੜੀ ਸੀ 1992, ਜਦੋਂ ਮੈਦਾਨ ਸਾਰਾ ਖਾਲੀ ਪਿਆ ਸੀਗਾ, ਅਕਾਲੀ ਦਲ ਨੇ ਇਲੈਕਸ਼ਨ ਬਾਈਕਾਟ ਕਰਤੀ ਸੀਗੀ ਤੇ ਮੈਦਾਨ ਦੇ ਵਿੱਚ ਤਾਂ ਮੇਨ ਪਾਰਟੀ ਕਾਂਗਰਸ ਤੇ ਬੀਜੇਪੀ ਵੀ ਫੀਲਡ ਦੇ ਵਿੱਚ ਆਈ। ਬੀਜੇਪੀ ਤਾਂ ਪੁਰਾਣੀ ਪਾਰਟੀ ਸੀ, ਬੀਜੇਪੀ ਦੀ ਸੀਟਾਂ ਆਈਆਂ 6 ਤੇ ਬੀਐਸਪੀ ਦੀਆਂ ਆਈਆਂ ਸੀ 9। ਬੀਐਸਪੀ ਮੇਨ ਓਪੋਜੀਸ਼ਨ ਪਾਰਟੀ ਐਮਰਜ ਹੋਈ ਸੀ। ਸੋ ਇਹ ਬੈਕਗਰਾਊਂਡ ਹੈ ਸਾਰੀ। ਜਦੋਂ ਅਲਾਇੰਸ ਹੁੰਦੀ ਹੈ ਇਹ ਬੈਕਗਰਾਊਂਡ ਦੇਖੀ ਜਾਂਦੀ ਹੈ ਵੀ ਤੁਹਾਡੀ ਕਿੰਨੇ ਪਰਫਾਰਮੈਂਸ ਕਿੰਨੀ ਸੀਗੀ, ਉਹਦੀ ਬੇਸਿਸ ਤੇ ਤੁਹਾਨੂੰ ਸੀਟਾਂ ਐਲੋਕੇਟ ਹੁੰਦੀਆਂ। ਪਰ ਮੈਂ ਕਿਹਾ ਵੀ ਇਹ ਉਹਨਾਂ ਦੀ ਵਿਸ਼ ਚੰਗੀ ਹੈ ਕਿ ਅਸੀਂ ਛੋਟੇ ਭਰਾ ਨਹੀਂ ਰੱਖਣਾ, ਆਪਣੇ ਆਪ ਨੂੰ ਅਸੀਂ ਬਰਾਬਰ ਦੀ ਧਿਰ ਬਣਨਾ। ਬਿਲਕੁਲ ਠੀਕ ਹੈ, ਲੇਕਿਨ ਬਰਾਬਰ ਦੀ ਧਿਰ ਬਣਨ ਵਾਸਤੇ ਤੁਹਾਡੇ ਕੋਲੇ ਉਹ ਬੈਕਗਰਾਊਂਡ ਚਾਹੀਦੀ ਹੈ। ਅਕਾਲੀ ਦਲ ਭਾਵੇਂ ਇਸ ਅੱਜ ਦੀ ਤਰੀਕ ਦੇ ਵਿੱਚ ਮਾਰਜਨਾਈਜ਼ਡ ਹੈ, ਸੀਟਾਂ ਸਿਰਫ 3 ਲੋਕ ਸਭਾ ਦੇ ਵਿੱਚ, ਲੇਕਿਨ ਬੇਸ ਤਾਂ ਉਹਨਾਂ ਦਾ ਕਾਇਮ ਹੈਗਾ ਇਹਨਾਂ ਨਾਲੋਂ ਜ਼ਿਆਦਾ। ਜਦੋਂ ਕੋਈ ਕ੍ਰਾਈਟੀਰੀਆ ਤੁਸੀਂ ਬਣਾਓਗੇ ਅਲਾਇੰਸ ਦਾ, ਉਹਦਾ ਫਿਰ ਕੀ ਹੋਏਗਾ? ਅਲਟੀਮੇਟਲੀ ਇਹ ਹੋਏਗਾ ਤੁਹਾਨੂੰ ਕਿੰਨੀਆਂ ਵੋਟਾਂ ਮਿਲੀਆਂ, ਕਿੰਨੇ ਵੋਟ ਪਰਸੈਂਟੇਜ ਕੀ ਸੀ ਅਕਾਲੀ ਦਲ ਦੀ, ਕੀ ਸੀਗੀ, ਉਹਦੀ ਬੇਸਿਸ ਤੇ ਅਲਾਇੰਸ ਹੋਏਗੀ। ਹੁਣ ਅਕਾਲੀ ਦਲ ਅੱਜ ਦੀ ਤਰੀਕ ਜਿਹੜੀ ਗੱਲ ਸੁਣੀ ਜਾਂਦੀ ਹੈ ਵੀ ਲੋਕ ਸਭਾ 'ਚ 8-5 ਦੇਣ ਨੂੰ ਤਿਆਰ ਸੀ, ਹਾਈਐਸਟ ਐਵਰ। ਇਸ ਤੋਂ ਬਾਅਦ ਬੀਜੇਪੀ ਹੋਰ ਕੀ ਚਾਹੁੰਦੀ ਹੈ? ਜਿਹੜੀ ਸਪੈਕੂਲੇਸ਼ਨ ਲਗਾਤਾਰ ਚੱਲ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਅਕਾਲੀ ਦਲ ਬੀਜੇਪੀ ਨੂੰ 40 ਸੀਟਾਂ ਅਸੈਂਬਲੀ ਦਾ ਦੇਣ ਨੂੰ ਤਿਆਰ ਹੈ। ਇਸ ਤੋਂ ਬਾਅਦ ਵਧੀਆ ਹੋਰ ਕੀ ਹੋ ਸਕਦਾ ਇਹਨਾਂ ਵਾਸਤੇ? ਇਹ ਜੇ ਕਹਿਣਗੇ 50-50, ਉਹ ਤਾਂ ਇਹਨਾਂ ਦਾ ਵੈਸੇ ਵੀ ਕਲੇਮ ਨਹੀਂ ਬਣਦਾ ਉਹਦੇ ਵਿੱਚ। ਸੋ ਉਹ ਗੱਲ ਵੱਖਰੀ ਹੈਗੀ ਹੈ। ਆਪਣੇ ਆਪ ਨੂੰ ਇਹਨਾਂ ਨੇ ਅਲਾਇੰਸ ਦੇ ਵਿੱਚ ਜਦੋਂ ਪੇਸ਼ ਕਰਨਾ ਹੈ, ਉਹਦੇ ਪਿੱਛੇ ਬੈਕਗਰਾਊਂਡ ਚਾਹੀਦੀ ਹੁੰਦੀ ਹੈ। ਪਹਿਲੀ ਗੱਲ ਤਾਂ ਇਹਨਾਂ ਨੂੰ ਆਪਣੇ ਆਪ ਨੂੰ ਪੰਜਾਬ ਨਾਲ ਆਈਡੈਂਟੀਫਾਈ ਕਰਨਾ ਪੈਣਾ। ਇਹਨਾਂ ਨੇ ਕਿਹਾ ਵੀ ਅਸੀਂ, ਸੁਨੀਲ ਜਾਖੜ ਹੋਰਾਂ ਨੇ ਕਿਹਾ ਵੀ ਅਸੀਂ ਸਾਰਾ ਮੁਹਾਵਰਾ ਆਪਣਾ ਬਦਲਾਂਗੇ, ਸਾਨੂੰ ਲੋਕਾਂ ਦੇ ਦਿਲ ਜਿੱਤਣੇ ਪੈਣੇ ਹੈ, ਲੋਕਾਂ ਦੇ ਵਿੱਚ ਜਾਣਾ ਪੈਣਾ, ਉਹਨਾਂ ਦੇ ਇਸ਼ੂ ਚੇਂਜ ਕਰਨੇ ਪੈਣੇ। ਜਿਹੜਾ ਇਹਨਾਂ ਦੇ ਲੀਡਰਾਂ ਦਾ ਮੁਹਾਵਰਾ ਸੀ ਉਹ ਪੰਜਾਬੀ ਮੁਹਾਵਰਾ ਲੱਗਦਾ ਹੀ ਨਹੀਂ ਸੀਗਾ। ਇਹਨਾਂ ਦੀ ਪ੍ਰੋਬਲਮ ਇਹ ਸੀ, ਚਲੋ ਪਹਿਲੀ ਵਾਰੀ ਹੈ ਕੋਈ ਲੀਡਰ ਐਸਾ ਇਹਨਾਂ ਨੇ ਭਾਵੇਂ ਬਾਹਰੋਂ ਲਿਆ ਜਿਹੜਾ ਪੰਜਾਬ ਦੇ ਇਸ਼ੂਜ਼ ਨਾਲ, ਪੰਜਾਬ ਦੇ ਸਰੋਕਾਰਾਂ ਨਾਲ ਉਹਦਾ ਇਮੇਜ ਵੱਜਿਆ ਹੋਇਆ। ਸੋ ਉਹ ਚੇਂਜ ਇਹਨਾਂ ਦੇ ਗ੍ਰਾਸ ਰੂਟ ਤੇ ਕਿੰਨੇ ਕੁ ਲਿਆ ਸਕਦੇ ਹੈ, ਉਹ ਗੱਲ ਦੇਖਣ ਵਾਲੀ ਹੈ।
ਤੇ ਉਹਨਾਂ ਨੂੰ ਇਸ ਕੰਮ ਦੇ ਵਿੱਚ RSS ਵਾਲੇ ਕਿੰਨਾ ਬੈਕ ਕਰਦੇ ਆ, ਉਹ ਬਹੁਤ ਵੱਡਾ ਫੈਕਟਰ ਹੈ ਸਾਰੀ ਗੱਲ ਤੇ ਆ ਕੇ। ਉਹਦੇ ਵਿੱਚ ਉਹਨਾਂ ਨੂੰ ਜਿਹੜੀ ਤੁਸੀਂ ਗੱਲ ਖੁਦਮੁਖਤਾਰੀ ਦੀ ਕਰਦੇ ਹੋ, ਇਹਨਾਂ ਨੂੰ ਸਪੇਸ ਕਿੰਨੀ ਕੁ ਮਿਲੇਗੀ ਆਪਣੇ ਫੰਕਸ਼ਨ ਕਰਨ ਦੇ ਉਸ ਦਾਇਰੇ ਦੇ ਵਿੱਚ ਆ ਕੇ, ਉਹ ਜ਼ਰੂਰੀ ਹੈ। ਤੀਸਰੀ ਗੱਲ ਤੁਸੀਂ ਕੀਤੀ ਅਕਾਲੀ ਦਲ ਦੀ। ਅਕਾਲੀ ਦਲ ਦੀ ਸਮੱਸਿਆ ਹਾਲੇ ਅਲਾਇੰਸ, ਚਲੋ ਉਹਨਾਂ ਦੇ ਕੁਝ ਲੀਡਰ ਦੀ ਬੜੀ ਖਾਸ਼ ਹੈ ਵੀ ਅਲਾਇੰਸ ਹੋ ਜਾਏ। ਹੁਣ ਤਾਂ ਵੈਸੇ ਵੀ ਯੂਨੀਫਾਰਮ ਸਿਵਲ ਕੋਡ ਦੀ ਗੱਲ ਚੱਲ ਰਹੀ ਹੈ, ਸੋ ਇਹਨੂੰ ਓਵਰ ਸਟੈਪ ਕਰਕੇ ਅਕਾਲੀ ਦਲ ਅਲਾਇੰਸ ਕਰ ਹੀ ਨਹੀਂ ਸਕਦਾ। ਭਾਵੇਂ ਜਿੰਨੀ ਮਰਜ਼ੀ ਇਹ ਕੋਈ ਆਰਗੂਮੈਂਟ ਲੱਭ ਲੈਣ ਉਹਨੂੰ ਸਪੋਰਟ ਕਰਨ ਦੀ, ਲੋਕਾਂ ਦੇ ਵਿੱਚ ਪਰਸੈਪਸ਼ਨ ਇਹ ਹੈ, ਸਿੱਖਾਂ ਦੇ ਵਿੱਚ, ਮਾਈਨੋਰਿਟੀ ਦੇ ਵਿੱਚ, ਕਿ ਇਹ ਕੋਡ ਹੈ ਜਿਹੜਾ ਇਹ ਐਂਟੀ ਮਾਈਨੋਰਿਟੀ ਹੈ। ਉਹ ਪਰਸੈਪਸ਼ਨ ਖਤਮ ਨਹੀਂ ਹੋ ਸਕਦੀ। ਸੋ ਪਹਿਲਾ ਇਸ਼ੂ ਤਾਂ ਇਸ ਵੇਲੇ ਅਕਾਲੀ ਦਲ ਦੇ ਸਾਹਮਣੇ ਉਹ ਹੈ, ਉਹਨੂੰ ਕਿਵੇਂ ਕਨਫਰੰਟ ਕਰਨਾ ਹੈ। ਸਾਰੀ ਸਟ੍ਰੈਟਜੀ ਉਹਨਾਂ ਨੇ ਕਮੇਟੀਆਂ ਬਣਾਈਆਂ, ਉਹ ਠੀਕ ਹੈ, ਚਲੇਗਾ। ਲੇਕਿਨ ਹਾਲੇ ਜਿਹੜੀ ਲੱਗ ਰਿਹਾ ਮੈਨੂੰ ਕਿ ਇਸ ਸਟੇਜ ਤੇ ਅਲਾਇੰਸ ਹੈ, ਉਹ ਅੰਡਰਸਟੈਂਡਿੰਗ ਦਾ ਪਾਰਟ ਹੈਗਾ। ਜਿਹੜੀ ਗੱਲ ਇਹ ਸੁਨੀਲ ਜੀ ਨੇ ਕੀਤੀ ਹੈ, ਇਸ ਤੱਕ ਨਾ ਕੀਤੀ ਜਿਵੇਂ ਮਤਲਬ ਅਲਾਇੰਸ ਛੇਤੀ ਕੀਤੀ ਹੈ। ਅਸੀਂ ਵੀ 13 ਸੀਟਾਂ ਲੜਨੀ ਹੈ, ਠੀਕ ਹੈ। ਜਦ ਤੱਕ ਅਨਾਉਂਸਮੈਂਟ ਨਹੀਂ ਹੁੰਦੀ ਅਲਾਇੰਸ ਦੀ, ਇਹ ਸਟੈਂਡ ਹੀ ਹੋਇਆ ਕਰਦਾ ਹੈ। ਪਰ ਜਦੋਂ ਫੈਸਲੇ ਹੋਣੇ ਹੈ ਨਾ, ਭਾਵੇਂ ਇਹਨਾਂ ਨੂੰ ਕਾਨਫੀਡੈਂਸ ਲੈ ਕੇ ਕੀਤਾ ਜਾਣ, ਉਹ ਫੈਸਲੇ ਉੱਪਰ ਹੋਣੇ, ਉਹ ਇਹਨਾਂ ਦੇ ਲੈਵਲ ਤੇ ਨਹੀਂ ਹੋਣੇ। ਅਕਾਲੀ ਦਲ ਦੀ ਤਾਂ ਆਪਣੀ ਲੀਡਰਸ਼ਿਪ ਉਹਨਾਂ ਦੀ ਉਸ ਲੈਵਲ ਤੇ ਹੋਣੀ ਹੈ, ਇਹਨਾਂ ਦੇ ਫੈਸਲੇ ਉੱਪਰਲੇ ਹਾਈ ਲੀਡਰਸ਼ਿਪ ਨੇ ਕਰਨੀ ਹੈ। ਇਸ ਗੱਲ ਦੇ ਵਿੱਚ ਫਰਕ ਹੈ। ਸੋ ਉਸ ਉਦੋਂ ਤੱਕ ਇਹ ਜੋ ਮਰਜ਼ੀ ਸਟੈਂਡ ਲੈਣ, ਇਹ ਇਹਨਾਂ ਨੂੰ ਪੂਰੀ ਆਪਣੀ ਆਜ਼ਾਦੀ ਹੈਗੀ ਹੈ, ਆਪਣੀ ਪਾਰਟੀ ਅੱਗੇ ਵਧਾਉਣੀ ਹੈ ਇਹਨਾਂ ਨੇ। ਸਰਦਾਰ ਹਰਮੀਤ ਸਿੰਘ ਜੀ, ਅੱਜ ਭਗਵੰਤ ਮਾਨ ਇੱਕ ਪੱਤਰ ਗਵਰਨਰ ਨੂੰ ਲਿਖ ਦਿੰਦੇ ਆ ਆਪਣੀ ਪਾਰਟੀ ਲਈ ਦਫ਼ਤਰ ਲੈਣ ਸੰਬੰਧੀ, ਇੱਕ ਪਲਾਟ ਅਲਾਟ ਕਰਨ ਸੰਬੰਧੀ, ਔਰ ਉਹ ਪੱਤਰ ਦੇ ਵਿੱਚ ਕਹਿੰਦੇ ਆ ਕਿ ਮੈਂ ਤੁਹਾਨੂੰ ਮਿਲ ਕੇ ਵੀ ਇਹ ਗੱਲ ਕਹੀ ਸੀਗੀ, ਤੁਹਾਨੂੰ ਯਾਦ ਹੋਣਾ ਹੈ, ਤੇ ਸਾਡੀ ਪਾਰਟੀ ਕਿਉਂਕਿ ਹੁਣ ਨੈਸ਼ਨਲ ਪਾਰਟੀ ਬਣ ਗਈ ਆ, ਤੇ ਦੂਜੀਆਂ ਪਾਰਟੀਆਂ ਵਾਂਗ ਸਾਡੀ ਪਾਰਟੀ ਨੂੰ ਵੀ ਇੱਥੇ ਇੱਕ ਦਫ਼ਤਰ ਲਈ ਪਲਾਟ ਦਿੱਤਾ ਜਾਵੇ। ਮੈਂ ਪਤਾ ਨਹੀਂ ਇਹ ਗੱਲ ਗਵਰਨਰ ਦੇ ਰਾਹੀਂ ਉੱਪਰ ਜਾਣੀ ਬਣਦੀ ਕਿ ਨਹੀਂ, ਪਰ ਮੈਨੂੰ ਲੱਗਦਾ ਜੇ ਪੱਤਰ 'ਚ ਇਹ ਵੀ ਜ਼ਿਕਰ ਹੁੰਦਾ ਕਿ ਘੱਟੋ ਘੱਟ ਇਹ ਤਾਂ ਅਹਿਸਾਸ ਕਰਾਉਂਦੇ ਕਿ ਇਸ ਸਟੇਟ ਦੀ ਕੋਈ ਰਾਜਧਾਨੀ ਨਹੀਂ ਤੇ ਤੁਸੀਂ ਇਹਦੇ ਸੰਵਿਧਾਨਕ ਮੁਖੀ ਹੋ, ਘੱਟੋ ਘੱਟ ਤੁਸੀਂ ਆਪਣੇ ਤੌਰ ਤੇ ਕੇਂਦਰ ਨਾਲ ਗੱਲ ਜ਼ਰੂਰ ਕਰੋ। ਸਰਦਾਰ ਹਰਮੀਤ ਸਿੰਘ ਜੀ, ਇਸ ਗੱਲ ਨੂੰ ਕਿਵੇਂ ਲਈਏ? ਵੈਸੇ ਤਾਂ ਬਹੁਤ ਛੋਟੇ ਲੈਵਲ ਦੀ ਗੱਲ ਹੈ, ਪਰ ਮੈਂ ਇਹਨੂੰ ਰੌਚਕ ਮੈਨੂੰ ਲੱਗਿਆ, ਇਸ ਕਰਕੇ ਮੈਂ ਸਮਝਣਾ ਚਾਹੁੰਦਾ ਤੁਹਾਡੇ ਤੋਂ। ਅਸਲ 'ਚ ਇਹਦੇ ਦੋ ਤਿੰਨ ਮਾਮਲੇ ਨੇ। ਇੱਕ ਤਾਂ ਟਾਈਮਿੰਗ ਦਾ ਵੀ ਮਾਮਲਾ, ਜਦੋਂ 4 ਸਫੇਰੇ ਹੜ੍ਹ ਦਾ ਮਾਹੌਲ ਹੈ, ਚਿੱਠੀ ਅੱਜ ਹੀ ਕਿਉਂ ਲਿਖੀ ਜਾਂਦੀ ਹੈ ਮੈਨੂੰ ਨਹੀਂ ਸਮਝ ਆਉਂਦੀ। ਮਹੀਨਾ 20 ਦਿਨ ਅੱਗੇ ਪਿੱਛੇ ਕੀਤੀ ਜਾ ਸਕਦਾ ਹੁੰਦਾ ਹੈ ਜਾਂ ਕੰਮ ਜਿਹੜਾ ਕੋਈ ਰੂਟੀਨ ਵਰਕ ਹੈ ਨਾ, ਇਹ ਕਿਹੜਾ ਕੋਈ ਅੱਜ ਹੀ ਐਮਰਜੈਂਸੀ ਹੈ, ਪਾਰਟੀ ਨੂੰ ਚਾਹੀਦਾ ਜਾਂ ਨਹੀਂ। ਦੂਜੀ ਗੱਲ, ਐਜ ਏ ਵਰਕਿੰਗ ਪ੍ਰਧਾਨ ਸ਼ਾਇਦ ਲਿਖ ਦਿੰਦੇ, ਬੁੱਧਰਾਮ ਜੀ ਲਿਖ ਦਿੰਦੇ ਤਾਂ ਜ਼ਿਆਦਾ ਬੈਟਰ ਸੀ। ਚੀਫ ਮਿਨਿਸਟਰ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਅਸਰਟ ਕਰਨਗੇ ਕਿ ਚੰਡੀਗੜ੍ਹ ਸਾਡੀ ਰਾਜਧਾਨੀ ਹੈ, ਅਸੀਂ ਕਿਵੇਂ ਲਈਏ, ਕਿਵੇਂ ਕਰੀਏ। ਇਦੋਂ ਪਹਿਲਾਂ ਵੀ ਇੱਕ ਵਾਰ ਇਹਨਾਂ ਨੇ ਕਹਿਤਾ ਸੀ ਕਿ ਮੀਟਿੰਗ 'ਚ ਹਰਿਆਣੇ ਨੂੰ ਵਿਧਾਨ ਸਭਾ ਲਈ ਜਗ੍ਹਾ ਦੇਣੀ, ਸਾਨੂੰ ਵਿਧਾਨ ਸਭਾ ਲਈ ਵੀ ਦੇ ਦਿਓ। ਉਹ ਵੀ ਕੰਟਰੋਵਰਸੀ ਕਾਫੀ ਚੱਲੀ ਸੀ। ਤੁਹਾਡੇ ਮਾਈਂਡ 'ਚ ਜਿਹੜੇ ਕਰੂਸ਼ਲ ਸਵਾਲ ਨੇ, ਜਿਨ੍ਹਾਂ ਤੇ ਜਿਹੜੇ ਸਟੈਂਡ ਲੈਣੇ ਹੁੰਦੇ ਨੇ, ਉਹ ਹਰ ਵਾਰ ਸਲਿੱਪ ਕਿਉਂ ਹੁੰਦੇ ਨੇ? ਸਲਿੱਪ ਹੋਣ ਦਾ ਮਤਲਬ ਹੈ ਕਿ ਤੁਹਾਡੀ ਸਿਆਸਤ ਇਹਦਾ ਮਤਲਬ ਉਹਨਾਂ ਦੇ ਇਰਦ ਗਿਰਦ ਕੇਂਦਰਿਤ ਨਹੀਂ ਹੈ, ਉਹ ਕਿਤੇ ਹੋਰ ਹੈ, ਤਾਂ ਬਾਰ-ਬਾਰ ਤੁਸੀਂ ਰੂਟੀਨ 'ਚ ਉਹਨਾਂ ਚੀਜ਼ਾਂ ਨੂੰ ਲੈਂਦੇ ਹੋ। ਇਹ ਗੱਲ ਬਿਲਕੁਲ ਮੇਰੇ ਖਿਆਲ ਹੈ ਭਗਵੰਤ ਮਾਨ ਨੂੰ ਨਹੀਂ ਤੇ ਉਹਨਾਂ ਦੀ ਪਾਰਟੀ ਨੂੰ ਅੰਡਰਸਟੈਂਡ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਲੋਕ ਇਹਨਾਂ ਪ੍ਰਤੀ ਜਜ਼ਬਾਤੀ ਨੇ, ਇਹ ਉਹਨਾਂ ਦੇ ਹੱਕ ਦੇ ਤੌਰ ਦੇ ਉੱਤੇ ਵੀ, ਔਰ ਇਹਨਾਂ ਗੱਲਾਂ ਨੂੰ ਬੜਾ ਸੀਰੀਅਸਲੀ ਲੈਂਦੇ ਨੇ। ਵੈਸੇ ਤਾਂ ਮਾਮਲਾ ਠੀਕ ਹੈ, ਕੋਈ ਗੱਲ ਨਹੀਂ ਹੈ ਕਿ ਚੰਡੀਗੜ੍ਹ ਦੇ ਵਿੱਚ ਸਾਰੀਆਂ ਰਿਕੋਗਨਾਈਜ਼ਡ ਪਾਰਟੀਆਂ ਨੂੰ ਰਿਜ਼ਰਵ ਪ੍ਰਾਈਸ ਤੇ ਦਫ਼ਤਰ ਮਿਲੇ ਹੋਏ ਨੇ, ਔਰ ਸਭ ਨੇ ਲਏ ਨੇ। ਬੜਾ ਕਿਸੇ ਨੇ ਪਹਿਲਾਂ ਪਾ ਲਿਆ, ਕਿਸੇ ਨੇ ਬਾਅਦ ਚ ਪਾ ਲਿਆ, ਉਹ ਇੱਕ ਅਲੱਗ ਗੱਲ ਹੈ ਕਿ ਰੂਟੀਨ ਦਾ ਇੱਕ ਪਹਿਲੂ ਹੈ ਉਸ ਪੱਧਰ ਦੇ ਉੱਤੇ। ਪਰ ਜਿਹੜੇ ਸਮਿਆਂ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਉਠਾਉਂਦੇ ਹੋ, ਜਦੋਂ ਕੰਟਰੋਵਰਸੀ ਉਸ ਲੈਵਲ ਦੀਆਂ ਹੁੰਦੀਆਂ ਨੇ, ਤਾਂ ਉਹ ਬੜਾ ਮਾਅਨੇ ਰੱਖਦੀਆਂ ਨੇ। ਇਸੇ ਕਰਕੇ ਜੇਕਰ ਗਵਰਨਰ ਨਾਲ ਮੇਰਾ ਖਿਆਲ ਹੈ ਟਰਮਜ਼ ਵੀ ਅਜੇ ਇਹਦੇ ਤੋਂ ਇਹ ਨਜ਼ਰ ਆਉਂਦਾ ਕਿ ਬਿਹਤਰ ਨਹੀਂ ਬਣੀਆਂ ਹੋਈਆਂ, ਕਿ ਬਹਿ ਕੇ ਹੀ ਗੱਲ ਕਰ ਲੈਂਦੇ ਚਿੱਠੀ ਨੂੰ ਦੇ ਕੇ ਵੀ ਚਲੋ ਜੀ ਜੋ ਹੁੰਦਾ ਨਾਰਮਲੀ ਅਲਾਟਮੈਂਟ ਵੀ ਹੋ ਜਾਂਦੀ ਸ਼ਾਇਦ। ਸਾਡੇ ਇਸੇ ਕਰਕੇ ਚਿੱਠੀਆਂ ਜਨਤਕ ਕਰਨੀਆਂ ਪੈਂਦੀਆਂ ਨੇ, ਬਾਰ-ਬਾਰ ਲਿਖਣੀਆਂ ਵੀ ਪੈਂਦੀਆਂ ਨੇ, ਜਨਤਕ ਵੀ ਕਰਨੀਆਂ ਪੈਂਦੀਆਂ ਨੇ, ਕਿਉਂਕਿ ਇੱਕ ਦੂਜੇ ਦੇ ਨਾਲ ਜਿਹੜਾ ਇੱਕ ਗਵਰਨਰ ਤੇ ਚੀਫ ਮਿਨਿਸਟਰ ਦਾ ਸੰਬੰਧ ਹੁੰਦਾ ਹੈ, ਬੈਠ ਕੇ ਗੱਲ ਕਰਨ ਦਾ, ਛੋਟੇ ਮੋਟੇ ਮੁੱਦਿਆਂ ਨੂੰ ਸੁਲਝਾ ਲੈਣ ਦਾ, ਉਹ ਦੋਨੋਂ ਪਾਸਿਓਂ ਹਜੇ ਤੱਕ ਮੇਰੇ ਖਿਆਲ ਨਹੀਂ ਉਸ ਪਾਸੇ ਗਿਆ ਜਾਂ ਉਹਨਾਂ ਸੁਧਾਰ ਚ ਨਹੀਂ ਆਇਆ। ਇਹ ਵੀ ਇੱਕ ਗੱਲ ਹੈ। ਵੱਡਾ ਸਵਾਲ ਬਿਲਕੁਲ ਸਾਡੀ ਰਾਜਧਾਨੀ ਦਾ ਹੈ ਹੀ ਹੈ। ਰਾਜਧਾਨੀ ਦੇ ਵਿੱਚ ਜਦੋਂ ਹਿਮਾਚਲ ਹਿੱਸਾ ਮੰਗਣ ਲੱਗ ਜੇ, ਜਦੋਂ ਆਲੇ ਦੁਆਲੇ ਬਾਕੀ ਦੇ ਗੱਲ ਕਰਨ, ਕੋਈ ਵਿਧਾਨ ਸਭਾ ਦਾ ਮੰਗੇ, ਤਾਂ ਤੁਹਾਨੂੰ ਤਾਂ ਬੜੇ ਠੋਸ ਢੰਗ ਨਾਲ ਇਹ ਮੁੱਦਾ ਉਠਾਉਣਾ ਚਾਹੀਦਾ ਬਾਰ-ਬਾਰ, ਔਰ ਇਹ ਪੋਲੀਟੀਕਲੀ ਵੀ ਇਹਨਾਂ ਨੂੰ ਸ਼ੂਟ ਕਰੇਗਾ। ਜੇਕਰ ਵਾਕਈ ਇਹ ਚਾਹੁੰਦੇ ਹੋਣ
ਹੁਣ ਤਾਂ ਹਰਿਆਣੇ ਤੇ ਉਹ ਕੇਂਦਰ 'ਚ ਬੀਜੇਪੀ ਦੀਆਂ ਸਰਕਾਰਾਂ ਨੇ, ਪੰਜਾਬ ਦੇ ਵਿੱਚ ਵੀ ਉਹਨਾਂ ਜਾਖੜ ਸਾਹਿਬ ਨੂੰ ਵੀ ਉਹ ਕਹਿ ਸਕਦੇ ਵੀ ਤੁਸੀਂ ਨਵੇਂ ਆਏ ਹੋ, ਤੁਸੀਂ ਦੱਸੋ ਕੀ ਕਰਨਾ ਹੈ। ਔਰ ਗਵਰਨਰ ਨੂੰ ਉਹ ਕਹਿ ਹੀ ਸਕਦੇ ਸੀ ਉਸ ਪੱਧਰ ਦੇ ਉੱਤੇ, ਜੇ ਮੁੱਦੇ ਦੇ ਤੌਰ ਤੇ ਬਣਾਉਂਦੇ। ਚਲਦੇ ਚਲਦੇ ਠੀਕ ਹੈ ਕਿ ਉਹ ਰੂਟੀਨ ਦੀ ਇੱਕ ਚਿੱਠੀ ਆ, ਉਹ ਰੂਟੀਨ ਦੀ ਚਿੱਠੀ 'ਚ ਤੁਹਾਨੂੰ ਮਿਲ ਜਾਣਾ ਹੁੰਦਾ ਤੇ ਜੀ ਇਹਨੂੰ ਜੱਗ ਜ਼ਾਹਰ ਕਰਕੇ ਕੋਈ ਚਰਚਾ ਕਰਾਉਣ ਦਾ ਵੱਡਾ ਕੰਮ ਨਹੀਂ ਹੈ ਮੇਰੇ ਖਿਆਲ। ਸਰਦਾਰ ਜਗਤਾਰ ਸਿੰਘ ਜੀ, ਵਾਕਈ ਹੈ ਤਾਂ ਕੋਈ ਵੱਡਾ ਮਾਮਲਾ ਨਹੀਂ, ਪਰ ਵੈਸੇ ਸਧਾਰਨ ਜੀ ਗੱਲ ਹੈ ਵੀ ਸਾਡੇ ਪੋਲੀਟੀਸ਼ੀਅਨ ਇਸ ਸਟੇਟ ਦੀ ਰਾਜਧਾਨੀ ਨਾ ਹੋਣ ਦਾ ਰੌਲਾ ਕਿਉਂ ਨਹੀਂ ਪਾਉਂਦੇ? ਇਹ ਭਾਣਾ ਮੰਨਣ ਦੀ ਪ੍ਰਵਿਰਤੀ ਕਿੱਥੋਂ ਆ ਜਾਂਦੀ? ਇੱਕ ਛੋਟੇ ਜਿਹੇ ਪਲਾਟ ਦੇ ਮਾਮਲੇ ਤੇ ਅਸੀਂ ਇਸ਼ੂ ਟੇਕ ਅਪ ਕਰ ਲਿਆ ਚੰਡੀਗੜ੍ਹ ਦੀ ਟਰਾਂਸਫਰ ਦਾ, ਪੰਜਾਬ ਦਾ। ਜੇ ਤੇ ਮਤਲਬ ਕਿ ਐਡੇ ਵੱਡੇ ਮੋਰਚੇ ਲੱਗੇ, ਸਭ ਕੁਝ ਹੋਇਆ, ਤੇ ਹੁਣ ਅਸੀਂ ਐਕਸਪੈਕਟ ਕਰਦੇ ਹਾਂ ਕਿ ਭਗਵੰਤ ਮਾਨ ਜੀ ਜਾ ਕੇ ਗਵਰਨਰ ਤੋਂ ਚੰਡੀਗੜ੍ਹ ਦੀ ਟਰਾਂਸਫਰ ਵਾਸਤੇ ਰਿਕਮੈਂਡ ਕਰਾਉਣਗੇ ਤੇ ਇਹਦੇ ਨਾਲ ਸ਼ਾਇਦ ਹੋ ਜਾਏਗਾ, ਜਾਂ ਉਹ ਦਿੱਲੀ ਨਾਲ ਟੇਕ ਅਪ ਕਰਨਗੇ ਤੇ ਸ਼ਾਇਦ ਹੋ ਜਾਏਗਾ। ਇੱਕ ਲੰਬਾ ਇਤਿਹਾਸ ਆ ਸਾਰਾ ਡਿਸਪਿਊਟ ਦਾ। ਇੰਨਾ ਜੇ ਆਸਾਨ ਹੁੰਦਾ ਨਾ ਤਾਂ ਬੜੇ ਸਾਲ ਪਹਿਲਾਂ ਇਹ ਟਰਾਂਸਫਰ ਹੋਇਆ ਹੋਣਾ ਸੀ, ਜਿੰਨੀ ਕੁ ਅਸੀਂ ਗੱਲ ਕਰ ਰਹੇ ਹਾਂ। ਇੱਕ ਛੋਟੀ ਜਿਹੀ ਗੱਲ, 97 ਤੋਂ ਬਾਅਦ, ਮੈਂ 92 ਤੋਂ ਬਾਅਦ ਨਹੀਂ ਕਰਦਾ, 97 ਤੋਂ ਬਾਅਦ ਕਾਂਗਰਸ ਦੀਆਂ ਸਰਕਾਰਾਂ ਵੀ ਆਈਆਂ, ਅਕਾਲੀ ਦਲ ਦੀਆਂ ਸਰਕਾਰਾਂ ਵੀ ਆਈਆਂ, ਉਹਨਾਂ ਨੇ ਕਿੰਨਾ ਫੋਰਸਫੁਲੀ ਇਸ਼ੂ ਟੇਕ ਅਪ ਕੀਤਾ ਸੀ। ਅਸੀਂ ਸਿਰਫ ਭਗਵੰਤ ਮਾਨ ਤੋਂ ਹੀ ਕਿਉਂ ਐਕਸਪੈਕਟ ਕਰਦੇ ਹਾਂ ਕਿ ਉਹ ਸਾਰੇ ਇਸ਼ੂ ਇਸ ਫੋਰਸਫੁਲੀ ਟੇਕ ਅਪ ਕਰੇ? ਮਸਲਾ ਇੱਕ ਸਿੰਪਲ ਪਲਾਟ ਦਾ ਹੈ ਚੰਡੀਗੜ੍ਹ ਦੇ ਵਿੱਚ, ਉਹਦੇ 'ਚ ਨਾ ਤਾਂ ਗਵਰਨਰ ਤੇ ਸੀਐਮ ਦੇ ਸੰਬੰਧ ਆਉਂਦੇ ਆ, ਇੱਕ ਰੂਟੀਨ ਹੈ। ਹਰ ਪਾਰਟੀ ਦੀ ਗੱਲ ਛੱਡੋ, ਤੁਸੀਂ ਚੰਡੀਗੜ੍ਹ ਦੇ ਵਿੱਚ ਕਿੰਨੀਆਂ NGOs ਨੂੰ ਪਲਾਟ ਮਿਲੇ, ਕਿੰਨੇ ਭਵਨ ਹੈ, ਕੋਈ ਗੁਲਵਾਣਾ ਭਵਨ ਹੈ, ਕੋਈ ਚੌਧਰੀ ਦੇਵੀ ਲਾਲ ਤੇ ਹਿਮਾਚਲ ਭਵਨ, ਤੁਹਾਡੇ ਕਾਂਗਰਸ ਹਰ ਪਾਰਟੀ ਦਾ ਦਫ਼ਤਰ ਇੱਥੇ ਹੈਗਾ। ਉਹਦੇ ਵਾਸਤੇ ਇੱਕ ਛੋਟੀ ਜਿਹੀ ਗੱਲ ਵਾਸਤੇ ਅਸੀਂ ਪੂਰਾ ਇੱਕ ਨੈਰੇਟਿਵ ਬਿਲਡ ਕਰ ਰਹੇ ਹਾਂ। ਇਸ਼ੂ ਬਹੁਤ ਛੋਟਾ ਹੈਗਾ ਮੇਰੇ ਖਿਆਲ ਦੇ ਵਿੱਚ, ਅਸੀਂ ਉਹਨੂੰ ਓਵਰ ਐਮਫਸਾਈਜ਼ ਕਰ ਰਹੇ ਹਾਂ। ਬਾਕੀ ਇਸ਼ੂ ਨੂੰ ਉਹਦੀ ਇਹਦੇ ਨਾਲ ਅਟੈਚ ਕਰਨ ਦੀ ਕੋਈ ਲੋੜ ਨਹੀਂ। ਇੱਕ ਬਿਲਕੁਲ ਇੱਕ ਰੂਟੀਨ ਮੈਟਰ ਹੈ। ਆਪਣੇ ਮੱਧਿਆ ਮਾਰਗ ਭਰਿਆ ਪਿਆ, ਹਰ ਤਰ੍ਹਾਂ ਦੇ ਲੋਕ ਸੰਸਥਾਵਾਂ ਨੂੰ ਉੱਥੇ ਪਲਾਟ ਇਸ਼ੂ ਹੋਏ ਪਏ, ਹੋਰ ਸੈਕਟਰਾਂ ਦੇ ਵਿੱਚ ਪਲਾਟ ਇਸ਼ੂ ਹੋਏ ਪਏ। ਇੱਕ ਚੰਡੀਗੜ੍ਹ ਦਾ ਇੰਸਟੀਟਿਊਸ਼ਨਲ ਅਰੇਂਜਮੈਂਟ ਹੈ ਜਿਹਦੇ 'ਚ ਇਹ ਪਲਾਟ ਐਲੋਕੇਟ ਹੁੰਦੇ ਆ। ਜ਼ਰੂਰੀ ਨਹੀਂ ਪੋਲੀਟੀਕਲ ਪਾਰਟੀ ਹੋਵੇ, ਸਾਰੇ ਨੂੰ ਹੋਇਆ ਕਿ ਨਾਰਮਲ ਦੇ ਪ੍ਰੈਕਟਿਸ। ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ। ਮੈਨੂੰ ਲੱਗਦਾ ਇੱਕ ਐਪਲੀਕੇਸ਼ਨ ਆਪਾਂ ਵੀ ਤਿੰਨੇ ਜਾਣੇ ਰਲ ਦੇ ਕੇ ਸਕਦੇ ਨਹੀਂ, ਮੈਂ ਕਲੀਅਰ ਕਰ ਦਿਆਂ। ਇੱਕ ਅਖਬਾਰ ਛੋਟੀ ਜੀ ਅਰਥ ਪ੍ਰਕਾਸ਼ ਜੀ, ਉਹਨੇ ਸੈਕਟਰ 29 ਦੇ ਵਿੱਚ ਪਲਾਟ ਲਿਆ ਹੋਇਆ ਜੀ। ਮੈਂ ਉਹੀ ਕਹਿ ਰਿਹਾ, ਇਹ ਇੱਕ ਪਹਿਲੂ ਆ। ਪਰ ਸਰਦਾਰ ਜਗਤਾਰ ਸਿੰਘ ਜੀ, ਅਸੀਂ ਇਹ ਵੀ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਆ ਹਰ ਬਸ਼ਰ ਦੀ, ਜਦੋਂ ਵੀ ਕੋਈ ਮੌਕਾ ਆਵੇ, ਘੱਟੋ ਘੱਟ ਉਹਨਾਂ ਹਾਕਮਾਂ ਨੂੰ ਜਿਨ੍ਹਾਂ ਨੂੰ ਹੁਣ ਯਾਦ ਵੀ ਨਹੀਂ ਕਿ ਪੰਜਾਬ ਦੀ ਰਾਜਧਾਨੀ ਦਾ ਵੀ ਕੋਈ ਇਸ਼ੂ ਆ, ਕੇਂਦਰ ਵਾਲਿਆਂ ਨੂੰ ਉਹਨਾਂ ਨੂੰ ਯਾਦ ਕਰਾਉਣ ਦਾ ਮੌਕਾ ਤਾਂ ਨਹੀਂ ਖਿਜਾਉਣਾ ਚਾਹੀਦਾ ਸਾਨੂੰ। ਤੁਸੀਂ ਕਹਿ ਰਹੇ ਹੋ ਬਿਲਕੁਲ। ਮੈਂ ਕਹਿੰਦਾ ਪੂਰੀ ਡਿਬੇਟ ਕਰੋ ਇਸ ਇਸ਼ੂ ਤੇ। ਮੈਂ ਵੈਲਕਮ ਕਰੂੰਗਾ ਇਸ ਰਿਪੋਰਟ ਨੂੰ। ਹਾਂ, ਮੈਂ ਇੱਕ ਹੋਰ ਵੀ ਬੇਨਤੀ ਕਰਦਾ ਕਿ ਜਦੋਂ ਭਗਵੰਤ ਮਾਨ ਵਿਧਾਨ ਸਭਾ ਦੇ ਵਿੱਚ ਉਂਗਲ ਕਰਕੇ ਉਹਨਾਂ ਵੱਲ ਕਹਿੰਦੇ ਵੀ ਤੁਸੀਂ ਕੀਤਾ ਕੀ ਆ, ਤੇ ਭਗਵੰਤ ਮਾਨ ਜੇ ਇਹ ਮੰਨ ਕੇ ਵੀ ਤੁਰ ਪੈਣ ਕਿ ਪਿਛਲਿਆਂ ਨੇ ਕੱਖ ਨਹੀਂ ਕੀਤਾ, ਚਲੋ ਹੁਣ 20 ਸਾਲ ਪੁਰਾਣੇ 30 ਸਾਲ ਪੁਰਾਣੇ ਮੋਰਚਿਆਂ ਦੀ ਗੱਲ ਕਿਉਂ ਛੇੜਨੀ ਆ, ਕਿਉਂਕਿ ਪਿਛਲੇ 20 ਸਾਲਾਂ ਦੇ ਵਿੱਚ ਪਾਣੀ ਬੜੇ ਵਹਿ ਗਏ। ਘੱਟੋ ਘੱਟ ਉਹਨਾਂ ਨੂੰ ਤਾਂ ਇਹ ਅੰਦਾਜ਼ਾ ਹੋਣਾ ਹੀ ਚਾਹੀਦਾ ਨਾ ਕਿ ਸਾਡੇ ਕੋਲ ਰਾਜਧਾਨੀ ਹੈ ਨਹੀਂ। ਜਿਹੜਾ ਵੀ ਸੱਤਾ 'ਚ ਹੈ, ਜਿਹੜਾ ਵੀ ਆਇਆ, ਜਦੋਂ ਉਹ ਸੱਤਾ 'ਚ ਹੈ ਉਦੋਂ ਮਸਲਾ ਨਹੀਂ ਉਠਾਉਂਦਾ, ਜਦੋਂ ਵਿਰੋਧੀ ਧਿਰ 'ਚ ਜਾਂਦਾ ਉਦੋਂ ਮਸਲਾ ਉਠਾਉਂਦਾ ਹੈ। ਕੈਪਟਨ ਅਮਰਿੰਦਰ ਸਿੰਘ ਚੁੱਪ ਧਾਰ ਗਏ, ਉਹਨਾਂ ਦੇ ਮੋਦੀ ਨਾਲ ਚੰਗੇ ਤਾਲੁਕਾਤ ਸੀ, ਔਰ ਇਸੇ ਤਰੀਕੇ ਨਾਲ ਸੁਖਬੀਰ ਹੋਣੀ ਚੁੱਪ ਧਾਰ ਗਏ, ਉਹਨਾਂ ਦੇ ਮੋਦੀ ਨਾਲ ਚੰਗੇ ਸੰਬੰਧ ਸੀ, ਉਹਨਾਂ ਦੇ ਵਾਜਪਾਈ ਸਾਹਿਬ ਨਾਲ ਚੰਗੇ ਸੰਬੰਧ ਸੀ। ਸੋ ਮਾਮਲਾ ਤਾਂ ਇਹ ਆ ਕਿ ਘੱਟੋ ਘੱਟ ਨੌਕ ਤਾਂ ਕੀਤਾ ਜਾਵੇ ਕਿ ਸਟੇਟ ਕੋਲ ਕੋਈ ਇਹਦੀ ਕੈਪੀਟਲ ਹੈ ਨਹੀਂ, ਕੋਈ ਇਹਦਾ ਆਪਣਾ ਸਿਟੀ ਇਹੋ ਜਿਹਾ ਨਹੀਂ ਜਿਹਨੂੰ ਰਾਜਧਾਨੀ ਕਿਹਾ ਜਾਵੇ। ਸੋ ਮੇਰੇ ਖਿਆਲ ਇਹ ਕੋਈ ਮੌਕਾ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ, ਨੌਕ ਕਰਨਾ ਚਾਹੀਦਾ ਹੈ। ਰਾਦਰ ਮੈਂ ਇੱਕ ਸਟੈਪ ਅੱਗੇ ਗੱਲ ਕਰਦਾ ਜੀ। ਜੇ ਆਲ ਪਾਰਟੀ ਡੈਲੀਗੇਸ਼ਨ ਲੈਡ ਬਾਈ ਸੀਐਮ ਜਾ ਕੇ ਦਿੱਲੀ ਮਿਲੇ ਕਿ ਸਾਨੂੰ ਸਾਡੀ ਰਾਜਧਾਨੀ ਵਾਪਸ ਕਰੋ, ਮੈਂ ਵਾਪਸ ਕਰਨ ਦੀ ਗੱਲ ਕਰ ਰਹੀ ਜੀ। ਇਹ ਤਾਂ ਪੰਜਾਬ ਦੀ ਰਾਜਧਾਨੀ ਤੇ ਕੇਂਦਰ ਦਾ ਕਬਜ਼ਾ ਹੋਇਆ ਵੇ, ਤੁਸੀਂ ਕਹੋ ਵੀ ਸਾਡੀ ਰਾਜਧਾਨੀ ਵਾਪਸ ਕਰੋ, ਤੁਸੀਂ ਨਜਾਇਜ਼ ਕਬਜ਼ਾ ਕੀਤਾ ਵੇ। ਆਲ ਪਾਰਟੀ ਡੈਲੀਗੇਸ਼ਨ ਜਾਵੇ, ਕੁਝ ਸਟੈਪ ਤਾਂ ਅੱਗੇ ਲਾਓ ਨਾ। ਦਿੱਕਤ ਇਹ ਹੈ ਕਿ ਕੋਈ ਸਿਆਸੀ ਪਾਰਟੀ ਇਹਦੇ ਤੇ ਹੁਣ ਕਮਿਟਮੈਂਟ ਦੇ ਨਾਲ ਕੰਮ ਕਰਨ ਨੂੰ ਤਿਆਰ ਹੀ ਨਹੀਂ। ਇਹ ਸਿਰਫ ਇੱਕ ਸਿਆਸੀ ਆਪਣੇ ਪੋਲੀਟੀਕਲ ਇਸ਼ੂ ਬਣਾ ਲੈਂਦੇ ਆ। ਹੁਣ ਤਾਂ ਇਲੈਕਸ਼ਨ ਵੇਲੇ ਵੀ ਇਹੋ ਜਿਹੇ ਇਸ਼ੂ ਰੇਜ਼ ਨਹੀਂ ਹੁੰਦੇ, ਇਹ ਪ੍ਰੋਬਲਮ ਹੈ। ਮੈਂ ਰਿਪੀਟ ਕਰਦਾ ਹੈ ਕਿ ਸੀਐਮ ਇੱਕ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਕੇਂਦਰ 'ਚ ਜਾਵੇ ਤੇ ਉਹਨਾਂ ਤੋਂ ਇਸ ਸ਼ਹਿਰ ਵਾਪਸ ਲੈਣ ਦੀ ਗੱਲ ਕਰੇ।
ਹਾਂ, ਵੈਸੇ ਤਾਂ ਹੋਰ ਕਿੰਨਾ ਖੂਬਸੂਰਤ ਹੁੰਦਾ ਕਿ ਜਦੋਂ ਪਹਿਲੀ ਵਾਰੀ ਇਹ ਵਿਧਾਨ ਸਭਾ ਜੁੜੀ ਸੀਗੀ ਔਰ ਜਦੋਂ ਇਹ ਆਪਣੇ ਸਪੀਕਰ ਚੁਣਨ ਦੀ ਪ੍ਰਕਿਰਿਆ 'ਚ ਸੀ, ਜੇ ਪਹਿਲਾ ਰੈਜ਼ੋਲੂਸ਼ਨ ਹੀ ਇਹ ਲੈ ਕੇ ਆਉਂਦੇ ਕਿ ਪੰਜਾਬ ਨੂੰ ਉਹਦੀ ਰਾਜਧਾਨੀ ਦਿੱਤੀ ਜਾਵੇ, ਮੇਰੇ ਖਿਆਲ 4 ਚੰਨ ਲੱਗ ਜਾਣੇ ਸੀ ਇਹਨਾਂ ਦੀ 92 ਵਾਲੀ ਜਿੱਤ ਨੂੰ। ਖੈਰ ਆਪਾਂ ਹੁਣ ਬਹੁਤ ਅੱਗੇ ਲੰਘ ਆਏ ਆ। ਸਰਦਾਰ ਹਰਮੀਤ ਸਿੰਘ ਜੀ, ਇੱਥੇ ਕੋਈ ਟਿੱਪਣੀ ਤਾਂ ਨਹੀਂ ਕਰਨੀ? ਇਹਦੇ ਤੇ ਇੰਨਾ ਹੀ ਆ, ਮੈਂ ਇਹ ਕਹਿੰਦਾ ਕਿ ਇਸ ਸਮੇਂ ਜਿਹੜਾ ਇੱਕ ਐਮਰਜੈਂਸੀਆਂ ਹੁੰਦੀਆਂ ਨੇ ਨਾ, ਅਜੇ ਆ ਫਲੱਡ ਦੀ ਵੀ ਐਮਰਜੈਂਸੀ ਆ, ਆਲੇ ਦੁਆਲੇ ਚੀਜ਼ਾਂ ਹੁੰਦੀਆਂ ਨੇ, ਜੇ ਲਿਖ ਵੀ ਰੱਖੀ ਹੈ ਚਿੱਠੀ 2-4 ਦਿਨ ਬਾਅਦ ਹੋਰ ਹਾਲਾਤ ਵੀ, ਲੋਕ ਇਹਨਾਂ ਪ੍ਰਤੀ ਸੈਂਸਿਟਿਵ ਹੁੰਦੇ ਨੇ, ਤੁਹਾਡੇ ਆਗੂਆਂ ਦੀ ਕਾਰਗੁਜ਼ਾਰੀ ਪ੍ਰਤੀ, ਉਹਦੇ ਸੌਣ ਤੋਂ ਲੈ ਕੇ ਉੱਠਣ ਤੱਕ ਵਾਚ ਕਰਦੇ ਨੇ ਉਹਦੀ ਹਰ ਛੋਟੀ ਤੋਂ ਬੜੀ ਐਕਟੀਵਿਟੀ। ਇਹੀ ਡੈਮੋਕ੍ਰੇਸੀ ਦਾ ਨਾਂ ਹੈ। ਇਸੇ ਕਰਕੇ ਲੋਕਾਂ ਨੂੰ ਉਹਨਾਂ ਤੇ ਸਵਾਲ ਕਰਨ ਦੇ ਲਈ ਜਾਣਿਆ ਵੀ ਔਰ ਜਾਣਿਆ ਜਾਣਾ ਚਾਹੀਦਾ, ਔਰ ਸਵਾਲ ਪੁੱਛਣੇ ਚਾਹੀਦੇ ਨੇ ਜਿਹੜਾ ਪਬਲਿਕ ਡੋਮੇਨ ਦੇ ਵਿੱਚ ਜਦੋਂ ਵੀ ਕੋਈ ਬੰਦਾ ਹੁੰਦਾ। ਔਰ ਸਾਨੂੰ ਅਸੀਂ ਕਰਦੇ ਹੀ ਆ, ਮਤਲਬ ਜੇ ਪ੍ਰਤਾਪ ਬਾਜਵਾ ਜਾਂ ਬਾਕੀ ਦੇ ਬੰਦੇ ਗਵਰਨਰ ਕੋਲ ਚ ਹਰ ਵਾਰ ਲੈ ਕੇ ਲੈਟਰ ਚਲੇ ਜਾਂਦੇ ਨੇ, ਇੱਕ ਆਪਾਂ ਬਾਰ-ਬਾਰ ਕਿਹਾ ਕਿ ਉੱਥੇ ਜਾ ਕੇ ਕੀ ਕਰ ਰਹੇ ਹੋ ਜੀ, ਮੰਗ ਪੱਤਰ ਦੇ ਕੇ ਕੀ ਕਰਨਾ ਚਾਹੁੰਦੇ ਹੋ, ਕੱਲਾ ਸੈਂਟਰਲਾਈਜ਼ ਕਰਨਾ ਚਾਹੁੰਦੇ ਹੋ, ਇਹਦਾ ਮਤਲਬ ਬਾਕੀ ਦੀ ਗੱਲ ਤੇ ਤੁਸੀਂ ਨਹੀਂ ਕਰਨਾ ਚਾਹੁੰਦੇ। ਇੱਕ ਸਟੇਟ ਦਾ ਓਵਰਆਲ ਪੋਲੀਟੀਸ਼ੀਅਨ ਜਿਹੜਾ ਸਾਡਾ, ਕੀ ਉਹ ਮੁੱਦੇ ਉਹਦੇ ਜ਼ਿਹਨ ਚੋਂ ਖਤਮ ਹੋ ਗਏ ਨੇ, ਗਵਰਨਰ ਦੇ ਐਡਰੈਸ ਚੋਂ ਵੀ ਖਤਮ ਹੋ ਗਏ ਨੇ, ਗਵਰਨਰ ਐਡਰੈਸ ਤੋਂ ਬਿਨਾਂ ਜਿਹੜੇ ਰੈਜੂਲੇਸ਼ਨ ਵੈਸੇ ਪੈਂਦੇ ਨੇ ਉਹ ਚੋਂ ਵੀ ਖਤਮ ਹੋ ਗਿਆ, ਕਿਸੇ ਚਿੱਠੀ ਪੱਤਰ ਚੋਂ ਵੀ ਖਤਮ ਹੋ ਗਿਆ। ਜਦੋਂ ਚੀਜ਼ ਕੰਟੀਨਿਊਟੀ ਬਣਦੀ ਹੈ ਉਦੋਂ ਥੋੜੀ ਜਿਹੀ ਇਤਰਾਜ਼ਯੋਗ ਹੋਣੀ ਚਾਹੀਦੀ ਹੈ ਲਗਾਤਾਰ। ਬਿਲਕੁਲ ਠੀਕ ਹੈ। ਆਖਰੀ ਮੁੱਦਾ ਲੈਂਦੇ ਆ, ਮੈਂ ਮੋਹਿਤ ਮਹਿੰਦਰਾ ਤੇ ਜਾਣਾ ਚਾਹੂੰਗਾ। ਕਾਂਗਰਸ ਨੇ ਆਪਣਾ ਨਵਾਂ ਯੂਥ ਪ੍ਰਧਾਨ ਚੁਣ ਲਿਆ। ਅੱਛਾ, ਜਦੋਂ ਭਾਈ ਭਤੀਜਾਵਾਦ, ਨੈਪੋਟਿਜ਼ਮ ਜਿਹਨੂੰ ਕਹਿੰਦੇ ਆ, ਇਹਦੀ ਗੱਲ ਤੁਰਦੀ ਆ, ਫਿਰ ਇਸ ਵੇਲੇ ਜੇ ਸਥਿਤੀ ਨੂੰ ਇਸ ਨਜ਼ਰੀਏ ਨਾਲ ਦੇਖੀਏ, ਬ੍ਰਹਮ ਮਹਿੰਦਰੇ ਦੇ ਪੁੱਤਰ ਦਾ ਹੋ ਸਕਦਾ ਉਹ ਦੂਜਿਆਂ ਨਾਲੋਂ ਵੱਧ ਡਿਜ਼ਰਵਿੰਗ ਕੈਂਡੀਡੇਟ ਹੋਣ, ਹੋ ਸਕਦਾ ਉਹਨਾਂ ਦੀ ਸਮਰੱਥਾ ਜ਼ਿਆਦਾ ਹੋਵੇ ਔਰ ਕਾਂਗਰਸ ਤੇ ਦੇਖੀ ਹੋਵੇ, ਪਰ ਕਈ ਵਾਰੀ ਤੁਸੀਂ ਸਾਧਨਾ ਜਾਂ ਪ੍ਰਭਾਵਸ਼ਾਲੀ ਵੱਧ ਹੋਣ ਕਰਕੇ ਜਿਹੜੇ ਡਿਜ਼ਰਵ ਕਰਦੇ ਲੋਕ ਆ ਉਹਨਾਂ ਦਾ ਹੱਕ ਵੀ ਮਾਰ ਜਾਂਦੇ ਹੋ। ਸੋ ਇਹ ਇਸ ਜਿਹੜੀ ਨਵੀਂ ਨਿਯੁਕਤੀ ਹੈ, ਜਿਹੜੀ ਬੜੀ ਦੇਰ ਤੋਂ ਉਡੀਕੀ ਜਾ ਰਹੀ ਸੀਗੀ, ਇਹਦੀ ਐਲਾਨ, ਇਹਦੇ ਚੋਣ ਦਾ ਜਿਹੜਾ ਆਖਰੀ ਦੌਰ ਸੀ, ਉਹਦਾ ਨਤੀਜਾ ਐਲਾਨਿਆ ਜਾਣਾ। ਸੋ ਸਰਦਾਰ ਹਰਮੀਤ ਸਿੰਘ ਜੀ, ਤੁਸੀਂ ਇੱਥੇ ਸਵਾਲ ਵੀ ਉਠਾਏ ਸੀ, ਜਿਹੜੇ ਲੋਕ ਕੁਝ ਹਾਇਰ ਕੀਤੇ ਸੀ, ਉਹਨਾਂ ਦੇ ਪੈਸੇ ਨਹੀਂ ਸਮੇਂ ਸਿਰ ਦਿੱਤੇ ਸੀ, ਉਹਨਾਂ ਦਿਨਾਂ ਦੇ ਵਿੱਚ ਤੁਸੀਂ ਇਹ ਸਵਾਲ ਉਠਾਇਆ ਸੀ। ਪਰ ਖੈਰ ਆਪਾਂ ਉਹਨੂੰ ਛੱਡਦੇ ਹਾਂ। ਇਹਦੇ ਚ ਭਾਈ ਭਤੀਜਾਵਾਦ ਦੇ ਰੌਲੇ ਨਹੀਂ ਪੈਣਗੇ। ਅੱਗੇ ਸਿਆਸਤ ਪੀੜ੍ਹੀਆਂ ਤੋਂ ਪੀੜ੍ਹੀਆਂ ਤੱਕ ਦਾ ਸਫ਼ਰ ਤੈਅ ਕਰ ਰਹੀ ਆ। ਹੁਣ ਇਸ ਤਰ੍ਹਾਂ ਦੀ ਨਿਯੁਕਤੀ ਨੂੰ ਅਸੀਂ ਵੈਲਕਮ ਕਰੀਏ ਜਾਂ ਇਹਨੂੰ ਕ੍ਰਿਟਿਸਾਈਜ਼ ਕਰੀਏ, ਲੋਕ ਇਹਨੂੰ ਕਿਵੇਂ ਲੈਣਗੇ? ਵੈਸੇ ਤਾਂ ਇੱਕ ਉਦੋਂ ਲੋਕਾਂ ਨੇ ਇਹਨੂੰ ਪੋਜ਼ਿਟਿਵ ਸਟੈਪ ਕਿਹਾ ਸੀ ਜਦੋਂ ਰਾਹੁਲ ਗਾਂਧੀ ਨੇ ਇਹ ਸੀ ਨਾ ਵੀ ਹੁਣ ਇਹ NSI ਯੂਥ ਕਾਂਗਰਸ ਚੁਣ ਕੇ ਆਇਆ ਕਰਨਗੇ ਬੰਦੇ, ਨੋਮੀਨੇਟ ਨਹੀਂ ਹੋਣਗੇ। ਉਹਨੂੰ ਵੈਲਕਮ ਸਟੈਪ ਇਸ ਲਈ ਕਿਹਾ ਸੀ ਵੀ ਚਲੋ ਡੈਮੋਕ੍ਰੇਸੀ ਦਾ ਇੱਕ ਪ੍ਰੋਸੈਸ ਹੈ, ਇਸ ਲੈਵਲ ਦਾ ਹੋਣਾ ਚਾਹੀਦਾ। ਪਰ ਉਹ ਪਹਿਲੇ ਸਾਲ ਤੋਂ ਹੀ ਪਤਾ ਲੱਗ ਗਿਆ ਸੀ ਕਿ ਉਹ ਚੁਣ ਕੇ ਵੀ ਆਉਣਗੇ ਤਾਂ ਉਸੇ ਦਾਇਰੇ ਚੋਂ ਆਉਣਗੇ, ਕਿਤੋਂ ਹੋਰ ਨਹੀਂ ਆ ਸਕਦੇ, ਕਿਉਂਕਿ ਉੱਥੇ ਉਹੀ ਪਾਰਟੀ ਦੇ ਪੁਰਾਣੇ ਬੰਦੇ ਜਿਨ੍ਹਾਂ ਕੋਲ ਰਸੂਖ ਹੈ, ਜਿਨ੍ਹਾਂ ਕੋਲ ਪੈਸਾ ਹੈ, ਜਿਨ੍ਹਾਂ ਕੋਲ ਸਾਰੀਆਂ ਚੀਜ਼ਾਂ ਨੇ। ਵੋਟਾਂ ਤਾਂ ਆਫਟਰ ਆਲ ਉੱਥੋਂ ਹੀ ਪੈਣੀਆਂ ਨੇ, ਉਹਨਾਂ ਨੇ ਪਵਾਉਣੀਆਂ ਨੇ, ਹੋਰ ਕਿੱਥੋਂ ਜਾਣਗੇ। ਫਿਰ ਅਗਲੀ ਗੱਲ ਇਹ ਹੋ ਗਈ ਤੇ ਉਹਨਾਂ ਨੇ ਵੋਟ ਪਾਉਣ ਦਾ ਪ੍ਰੋਸੈਸ ਵੀ ਇਹੋ ਜਿਹਾ ਕੰਪਲੈਕਸ ਹੋ ਗਿਆ ਹੁਣ ਆਉਂਦੇ ਆਉਂਦੇ ਚਲਦੇ ਕਿ ਉਹ ਸਮਝ ਹੀ ਨਹੀਂ ਆਉਂਦਾ, ਕੋਈ ਟਰਾਂਸਪੇਰੈਂਸੀ ਨਹੀਂ, ਕੋਈ ਲੋਕਾਂ ਨੂੰ ਪਤਾ ਨਹੀਂ ਉਹਦਾ ਹੋਇਆ ਕੀ। ਹੁਣ ਤੁਸੀਂ ਰਾਜਸਥਾਨ ਦਾ ਯੂਥ ਕਾਂਗਰਸ ਦਾ ਉਹ ਹੋਇਆ ਸੀ, 20 ਲੱਖ ਵੋਟ ਪਈ, ਉਹ ਚੋਂ ਅੱਧੇ ਤੋਂ ਵੱਧ ਕੈਂਸਲ ਕਰਤੀਆਂ। ਕੈਂਸਲ ਕਿਵੇਂ ਹੋ ਗਈਆਂ? ਜੇ ਅੱਧੇ ਤੋਂ ਵੱਧ ਪੰਜਾਬ ਵਾਲੀ ਵੀ 8.5 ਲੱਖ ਪਈ, ਅੱਧੀ ਕੈਂਸਲ ਹੋ ਗਈ ਕਿ ਇਹ ਤਾਂ ਵੋਟਾਂ ਹੀ ਠੀਕ ਨਹੀਂ ਪਈਆਂ। ਜਿਹੜੀ ਚੋਣ ਦੇ ਵਿੱਚ 50% ਤੁਸੀਂ ਆਪ ਰਿਜੈਕਟ ਕਰ ਦਿਓ ਗਲਤ ਵੋਟ ਹੈ, ਤਾਂ ਤੁਸੀਂ ਉਹਦੀ ਵਾਜਬੀਅਤ ਜਾਂ ਉਹਦੀ ਭਰੋਸੇਯੋਗਤਾ ਇਹ ਤੋਂ ਮੰਨਿਆ ਜਾ ਸਕਦਾ ਕਿ ਭਾਈ ਕਿੰਨੀ ਕਹਿ ਕਿਹੋ ਜਿਹੇ ਪਾਈਆਂ, ਦੂਜਿਆਂ ਨੇ, ਤੀਜਿਆਂ ਨੇ, ਚੌਥਿਆਂ ਨੇ ਕਿਸ ਢੰਗ ਨਾਲ ਪਈਆਂ। ਔਰ ਇਹ ਗੱਲ ਵੀ ਬੜੇ ਸਭ ਨੂੰ ਪਤਾ ਸੀ ਪੰਜਾਬ ਦੇ ਵਿੱਚ, ਕਿ ਆਮ ਲੋਕਾਂ ਨੂੰ ਨਹੀਂ ਸੀ ਪਤਾ, ਬਾਕੀ ਪਾਰਟੀਆਂ ਨੂੰ ਪਤਾ ਸੀ ਕਿ ਯੂਥ ਕਾਂਗਰਸ ਦੀ ਇਲੈਕਸ਼ਨ ਹੋ ਰਹੀ ਹੈ, ਕਿਤੇ ਬੀਜੇਪੀ ਲੀਡਰ ਦੇ ਘਰੇ ਕੈਂਪ ਲੱਗਿਆ ਹੋਇਆ, ਕਦੇ ਕਿਸੇ ਆਮ ਆਦਮੀ ਪਾਰਟੀ ਵਾਲਾ ਵੋਟ ਪਵਾ ਰਿਹਾ, ਕਿਤੇ ਕੋਈ ਤੀਜੀ ਪਾਰਟੀ ਦਾ ਵੋਟ ਪਵਾ ਰਿਹਾ। ਤਾਂ ਉਹ ਤੁਹਾਡੇ ਬੰਦੇ ਕਿਵੇਂ ਹੋਏ? ਹੋ ਸਕਦਾ ਕਿਹਦੇ ਹੋਣਗੇ ਕਿਹਦੇ ਨਹੀਂ ਹੋਣਗੇ, ਤਾਂ ਪਤਾ ਕਿਵੇਂ ਲੱਗੂਗਾ ਵੀ ਇਹ ਸਿਸਟਮ ਕੀ ਹੈ। ਚਲੋ ਫਿਰ ਵੀ ਜਦੋਂ ਇਹ ਸਾਰਾ ਕੁਝ ਵੀ ਹੋ ਗਿਆ, ਤੁਸੀਂ ਉਦੋਂ ਤੋਂ ਲੈ ਕੇ ਵਿਜੇਂਦਰ ਸਿੰਗਲਾ, ਰਵਨੀਤ ਬਿੱਟੂ ਤੋਂ ਲੈ ਕੇ ਲਗਾਤਾਰ ਜਿਸ ਟਾਈਪ ਦੇ ਪ੍ਰਧਾਨ ਬਣਦੇ ਰਹੇ, ਤਾਂ ਇੱਕ ਅੱਧਾ ਨੂੰ ਛੱਡ ਕੇ ਸਾਰੇ ਫੈਮਿਲੀ ਚੋਂ ਹੀ ਆਉਂਦੇ ਰਹੇ। ਉਹਨਾਂ ਵੱਡੀਆਂ ਫੈਮਿਲੀਜ਼ ਦੇ ਵਿੱਚੋਂ ਹੀ ਜਦੋਂ ਵੀ ਬਣੇ ਕਿ ਹਾਂ ਇਹ ਆਏ ਨੇ। ਹੁਣ ਵੀ ਮੋਹਿਤ ਮਹਿੰਦਰਾ ਦੇ ਫਾਦਰ ਬ੍ਰਹਮ ਮਹਿੰਦਰਾ ਬੜੇ ਸੀਨੀਅਰ ਕਾਂਗਰਸੀ ਲੀਡਰ ਨੇ। ਪਰ ਨਾਲ ਦੀ ਨਾਲ ਇੱਕ ਗੱਲ ਹੋਰ ਵੀ ਹੈ, ਹੁਣੇ ਅਜੇ ਲਗਭਗ ਕਿਹਾ ਜਾਂਦਾ ਕਿ ਸੁਖਬੀਰ ਸਿੰਘ ਬਾਦਲ ਦੇ ਸੁਖ ਵਿਲਾਸ ਦੇ ਨਾਲ ਜਿਹੜਾ 7.5 ਏਕੜ ਦਾ ਇੱਕ ਫਾਰਮ ਹਾਊਸ ਹੈ ਤੇ ਉੱਥੇ ਵਿਜੀਲੈਂਸ ਤੁਰੀ ਫਿਰਦੀ ਹੈ, DA ਦਾ ਉਹਦਾ ਕੇਸ ਦਰਜ ਉਹਨਾਂ ਸਾਰਿਆਂ ਮਾਮਲਿਆਂ ਦੇ ਵਿੱਚ ਹੋਇਆ ਹੋਇਆ। ਇਹ ਵੀ ਨਾਲ ਚੱਲ ਰਿਹਾ, ਪਰ ਉਹ ਨਾਲ ਚੱਲ ਰਿਹਾ ਤੇ ਕੀ ਹੋਏਗਾ ਕੀ ਨਹੀਂ ਉਹ ਦੂਜਾ ਅਲੱਗ ਕੇਸ ਹੈ। ਪਰ ਅਜੇ ਹੁਣ ਇੱਕ ਵਾਰ ਤਾਂ ਜਿਹੜਾ ਮੋਹਿਤ ਮਹਿੰਦਰਾ, ਜਿਹੜੇ ਨੂੰ ਪਹਿਲਾਂ ਹੀ ਟਿਕਟ ਵੀ ਮਿਲਿਆ ਸੀਗਾ ਤੇ ਉਹ ਨਹੀਂ ਜਿੱਤੇ ਨਹੀਂ ਪਿਛਲੇ ਚੋਣ ਦੇ ਵਿੱਚ ਵੀ,
ਯੂਥ ਕਾਂਗਰਸ ਦੇ ਪ੍ਰਧਾਨ ਹੋਣਗੇ ਤੇ ਬਾਕੀ ਦੇ ਹੋਰ ਅਹੁਦੇਦਾਰ ਵੀ ਨਾਲ ਦੀ ਨਾਲ ਹੋ ਗਏ ਨੇ। ਜੀ। ਮਤਲਬ ਵੋਟ ਦੀ ਕ੍ਰੈਡੀਬਿਲਿਟੀ ਪਲੱਸ ਕਿਸ ਤਰੀਕੇ ਦੇ ਨਾਲ ਇਹ ਤੇ ਸੋਚਣਾ ਪਏਗਾ ਓਵਰਆਲ ਪਾਰਟੀ ਨੂੰ ਵੀ ਤੇ ਬਾਕੀ ਨੂੰ, ਤਾਂ ਕਿ ਉਹ ਕਲੀਅਰ ਕੱਟ ਮੈਂਬਰਸ਼ਿਪ ਕੱਟ ਕੇ ਤੁਹਾਡੀ ਮੈਂਬਰਸ਼ਿਪ ਕਿੰਨੀ ਹੈ ਇਹ ਓਵਰਆਲ ਆਨਲਾਈਨ ਹੋਵੇ, ਜਿਵੇਂ ਬਾਕੀ ਦੇ ਜਾਂ ਬਾਕੀ ਵੀ ਆ ਇੰਨੇ ਮੈਂਬਰ ਨੇ ਤੁਹਾਡੇ 20,000 ਹੈ 50,000 ਹੈ ਲੱਖ ਹੈ 2 ਲੱਖ ਹੈ ਜਿੰਨੇ ਵੀ ਮੈਂਬਰ ਨੇ ਉਹਨਾਂ ਨੂੰ ਹੀ ਵੋਟ ਪਾਉਣ ਦਾ ਰਾਈਟ ਹੋਵੇ, ਉਹਦੇ ਚੋਂ ਹੀ ਫਿਰ ਚੋਣ ਹੋਣੀ ਚਾਹੀਦੀ ਹੈ। ਉਹਦੇ ਚੋਂ ਕਿਹੜਾ ਬਣਦਾ ਕਿਹੜਾ ਨਹੀਂ ਬਣਦਾ ਉਦੋਂ ਬਾਅਦ ਦਾ ਸਵਾਲ ਆ ਜਾਂਦਾ। ਤੁਹਾਨੂੰ ਤਾਂ ਤੁਹਾਡਾ ਵੋਟਰ ਹੀ ਨਹੀਂ ਪਤਾ ਕੌਣ ਹੈ, ਮੌਕੇ ਤੇ ਹੀ ਵੋਟਰ ਬਣੂਗਾ 50 ਰੁਪਏ ਦੇ ਕੇ ਮੌਕੇ ਤੇ ਵੋਟ ਪਾ ਦੂਗਾ, ਮੌਕੇ ਦੇ ਉੱਤੇ ਹੀ ਤੁਸੀਂ ਉਹਦੇ ਮੰਨ ਲਓਗੇ ਕਿ ਸਾਡਾ ਲੀਡਰ ਇਹਨੇ ਚੁਣਤਾ। ਇਹ ਤਰੀਕਾ ਜਿਹੜਾ ਹੈ ਮੇਰੇ ਖਿਆਲ ਨਾਲ ਇਹ ਆਪਣੇ ਆਪ ਦੇ ਵਿੱਚ ਕੋਈ ਕਾਮਯਾਬ ਤਰੀਕਾ ਤਾਂ ਨਹੀਂ ਹੈ, ਫਿਰ ਵੀ ਬਿਲਕੁਲ ਨੋਮੀਨੇਟ ਕਰਨ ਨਾਲੋਂ ਚੰਗਾ ਸਾਨੂੰ ਗੱਲ ਕਰਨ ਦਾ ਮੌਕਾ ਤਾਂ ਦਿੰਦਾ ਨਾ, ਸੁਸਾਇਟੀ ਗੱਲ ਤਾਂ ਕਰੂਗੀ। ਜੇ ਗਲਤ ਵੀ ਚੁਣਿਆ ਜਾਏ ਠੀਕ ਚੁਣਿਆ ਜਾਏ ਅਲੱਗ ਚੁਣਿਆ ਜਾਏ ਉਹ ਇੱਕ ਅਲੱਗ ਮਾਮਲੇ ਨੇ ਉਸ ਪੱਧਰ ਦੇ, ਤੇ ਯੂਥ ਦੇ ਵਿੱਚੋਂ ਆਏਗਾ ਲੀਡਰ, ਅੱਗੇ ਯੂਥ ਦੇ ਵਿੱਚ ਪਰਫਾਰਮੈਂਸ ਕੀ ਹੁੰਦੀ ਹੈ ਕੀ ਨਹੀਂ ਇਹਦੇ ਤੋਂ ਹੀ ਜੱਜ ਹੋਏਗੀ ਐਜ ਏ ਇੰਡੀਵਿਜੂਅਲ ਕਿਸ ਲੈਵਲ ਦੀ ਗੱਲ। ਲੋਕਤੰਤਰੀ ਕੀਮਤਾਂ ਤਾਂ ਉਹਨੂੰ ਹੀ ਕਹਿੰਦੇ ਨਾ ਕਿ ਤੁਸੀਂ ਮੰਨ ਲਓ ਤੁਹਾਡੇ 2 ਲੱਖ ਜਾਂ 5 ਲੱਖ ਮੈਂਬਰ ਨੇ ਔਰ ਜਿਹੜੇ ਲੋਕ ਚੋਣ ਲੜ ਰਹੇ ਉਹਨਾਂ ਨੂੰ ਪਤਾ ਹੈ ਕਿ ਆਹ 5 ਲੱਖ ਮੈਂਬਰ ਨੇ, ਅਸੀਂ ਇਹਨਾਂ ਤੱਕ ਪਹੁੰਚ ਕਰਨੀ ਆ ਤੇ ਆਪਣੀ ਹਸਤੀ ਬਾਰੇ ਆਪਣੀ ਅਪਰੋਚ ਬਾਰੇ ਦੱਸ ਕੇ ਉਹਨਾਂ ਨੂੰ ਵੋਟਾਂ ਲਈ ਪ੍ਰੇਰਿਤ ਕਰਨਾ ਹੈ। ਤੇ ਜਦੋਂ ਪਤਾ ਹੀ ਨਹੀਂਗਾ, ਜੇ ਤੁਹਾਨੂੰ ਕਹਿ ਦਿੱਤਾ ਵੀ ਜਿੰਨੇ ਮਰਜ਼ੀ ਬਣਾ ਲਓ ਫਿਰ ਤਾਂ ਜਿਹੜਾ ਵੱਧ ਬਣਾ ਗਿਆ ਉਹਦਾ ਹੀ ਆ ਨਾ। ਮੈਂ ਸਰਦਾਰ ਜਗਤਾਰ ਸਿੰਘ ਜੀ ਸਵਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਦੇ ਸ਼ਬਦਾਂ ਨਾਲ ਤੋਰੂੰਗਾ। ਉਹ ਇੱਕ ਵਾਰੀ ਜ਼ਿਕਰ ਕਰਦੇ ਸੀਗੇ ਕਿ ਜੇ ਡਾਕਟਰ ਦਾ ਪੁੱਤ ਡਾਕਟਰ ਬਣਦਾ, ਵਕੀਲ ਦਾ ਵਕੀਲ ਬਣਦਾ ਹੈ ਤੇ ਪੋਲੀਟੀਸ਼ੀਅਨ ਦਾ ਪੁੱਤ ਦੇ ਪੋਲੀਟਿਕਸ ਵਿੱਚ ਆਉਣ ਤੇ ਇਤਰਾਜ਼ ਕਿਉਂ ਹੋਵੇ। ਇੱਕ ਇਹ ਪਹਿਲੂ। ਦੂਜਾ ਪਹਿਲੂ, ਜਿਹੜੀ ਲੀਡਰਸ਼ਿਪ ਥੱਲਿਓਂ ਅਮਰਜ ਹੁੰਦੀ ਹੈ, ਜਿਹੜੀ ਲੀਡਰਸ਼ਿਪ ਸਟੂਡੈਂਟ ਚੋਣਾਂ ਤੋਂ ਆਉਂਦੀ ਹੈ, ਉਹ ਅਕਾਲੀ ਦਲ ਦੇ ਵਿੱਚ ਜਾਂ ਪੰਜਾਬ ਦੇ ਪੂਰੇ ਦ੍ਰਿਸ਼ ਵਿੱਚ ਜਿਹੜੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਰੂਪ ਦੇ ਵਿੱਚ ਅੱਗੇ ਵੱਧਦੀ ਹੁੰਦੀ ਸੀ। ਖੈਰ ਉਹ ਤਾਂ ਹੁਣ ਉਹ ਸੀਨ ਚੋਂ ਹੀ ਪਾਸੇ ਆ ਸਾਰਾ ਕੁਝ। ਮੈਂ ਇਹ ਸਾਰੇ ਸੰਦਰਭਾਂ ਦੇ ਨਜ਼ਰੀਏ ਤੋਂ ਤੇ ਨੈਪੋਟਿਜ਼ਮ ਤੋਂ ਲੈ ਕੇ ਯੂਥ ਕਾਂਗਰਸ ਦੇ ਪ੍ਰਧਾਨ ਦੇ ਚੁਣੇ ਜਾਣ ਤੇ ਉਹਦੀ ਚੁਣੇ ਜਾਣ ਦੀ ਪ੍ਰਕਿਰਿਆ, ਇਹ ਸਾਰਿਆਂ ਦੇ ਉੱਤੇ ਤੁਹਾਡੀ ਟਿੱਪਣੀ ਚਾਹੂੰਗਾ। ਗੱਲ ਬੇਸਿਕ ਅੱਜ ਕੱਲ੍ਹ ਹੋਰ ਹੈ ਜੀ ਵੀ ਸਿਆਸਤ ਦਾ ਕਿਰਦਾਰ ਕੀ ਹੈ। ਬੜੇ ਸਾਲਾਂ ਤੋਂ ਸਿਆਸਤ ਬਿਜ਼ਨਸ ਬਣੀ ਹੋਈ ਹੈ। ਹੁਣ ਜਿਹੜੇ ਫੈਮਿਲੀ ਬਿਜ਼ਨਸ ਹੈਗੇ ਨਾ ਉਹਦੇ ਫਿਰ ਬੱਚੇ ਹੀ ਅੱਗੇ ਵਧਾਉਂਦੇ ਹੁੰਦੇ ਆ, ਬੱਚੇ ਹੀ ਟੇਕ ਓਵਰ ਕਰਦੇ ਹੁੰਦੇ ਆ। ਜਦੋਂ ਸਿਆਸਤ ਬਾਣੀ ਬਿਜ਼ਨਸ ਗਈ ਫਿਰ ਬੱਚੇ ਹੀ ਟੇਕ ਓਵਰ ਕਰਨਗੇ। ਆਮ ਲੋਕ ਇਸੇ ਕਰਕੇ ਪਾਰਟੀਆਂ ਤੋਂ ਹੌਲੀ ਹੌਲੀ ਆਈਸੋਲੇਟ ਹੋ ਜਾਂਦੇ ਆ। ਉਹਨਾਂ ਦਾ ਜਿਹੜੇ ਸਿਆਸਤ ਦੇ ਵਿੱਚ ਲੋਕ ਹੈਗੇ ਆ ਉਹਨਾਂ ਦੇ ਆਪਣੇ ਇੰਟਰਸਟ ਹੈਗੇ ਆ ਤਾਂ ਉਹ ਆਪਣੇ ਟੱਬਰ ਨੂੰ ਅੱਗੇ ਤੋਰ ਰਹੇ ਆ। ਸੋ ਉਹੀ ਸਿਸਟਮ ਇੱਥੇ ਸਾਰਾ ਚੱਲ ਰਿਹਾ। ਇਹਦੇ 'ਚ ਕੋਈ ਨਵੀਂ ਗੱਲ ਮੈਨੂੰ ਲੱਗੀ ਨਹੀਂ। ਇਹ ਠੀਕ ਹੈ ਕਿ ਬ੍ਰਹਮ ਹੋਰਾਂ ਦੇ ਆਪਣੇ ਖਿਲਾਫ ਈਡੀ ਦੀ ਪਰਮਿਸ਼ਨ ਹੋ ਗਈ, ਫਾਰਮਾਂ ਹੁੰਦੀਆਂ। ਪੰਜਾਬ ਬਹੁਤ ਕਮਾਲ ਦੀ ਸਟੇਟ ਹੈ। ਜੇ ਸਰਕਾਰ ਬਦਲ ਗਈ ਕੱਲ੍ਹ ਨੂੰ ਕੋਈ ਹੋਰ ਸਰਕਾਰ ਆ ਗਈ ਤੇ ਸਾਡੇ ਤਾਂ ਜਿਹੜੇ ਆਈਓ ਹੈ ਉਹ ਵੀ ਮੁੱਕਰ ਜਾਂਦੇ ਆ। ਕੇਸ ਤਾਂ ਚੱਲਣੇ ਹੀ ਨਹੀਂ। ਸੋ ਕੇਸ ਤਾਂ ਜੇ ਇਹ ਸਰਕਾਰ ਦੇ ਰਹਿੰਦੇ ਆ, ਹਜੇ ਸਾਡਾ ਸਿਸਟਮ ਇੰਨਾ ਐਫੀਟ ਨਹੀਂ ਹੋਇਆ ਕਿ ਕਿਸੇ ਨੂੰ ਅਗਲੇ 4 ਸਾਲ ਦੇ ਵਿੱਚ ਸਜ਼ਾ ਹੋ ਜਾਏ। ਜੇ ਸਰਕਾਰ ਬਦਲ ਗਈ ਨਾ ਤੇ ਇਹ ਸਾਰੇ ਕੇਸ ਹੀ ਫਾਲ ਕਰ ਜਾਣੇ। ਸੋ ਇਹਨਾਂ ਦੀ ਅਹਿਮੀਅਤ ਇਸ ਵੇਲੇ ਹਰਾਸਮੈਂਟ ਤੋਂ ਜ਼ਿਆਦਾ ਕੁਝ ਨਹੀਂ। ਲੇਕਿਨ ਗੱਲ ਆਪਾਂ ਪਰਿਵਾਰਵਾਦ ਦੀ ਕਰ ਰਹੇ ਹਾਂ। ਸੋ ਠੀਕ ਹੈ, ਹੁਣ ਨਵੀਂ ਇੱਕ ਚੇਂਜ ਕਾਂਗਰਸ ਦੇ ਵਿੱਚ ਆਈ ਹੈ, ਲੋੜ ਹੈਗੀ ਉਹਨੂੰ। ਐਕਸੈਪਟੇਬਲ ਆ। ਹੁਣ ਤਾਂ ਪਰਿਵਾਰਵਾਦ ਪ੍ਰਵਾਨਿਤ ਹੋ ਗਿਆ, ਹੁਣ ਮੰਨ ਹੀ ਲਿਆ ਗਿਆ ਵੀ ਗੱਲ ਐਵੇਂ ਹੀ ਤੁਰਨੀ ਆ। 2 ਲਫ਼ਜ਼ ਮੈਂ ਦੋਸਤੋ ਥੋੜੇ ਜਿਹੇ ਵਿੱਚੋਂ ਕੱਢਣੇ ਚਾਹੂੰਗਾ। ਇੱਕ ਸਰਦਾਰ ਜਗਤਾਰ ਸਿੰਘ ਹੋਰਾਂ ਨੇ ਕਿਹਾ ਸੀਗਾ ਕਿ ਅਕਾਲੀ ਦਲ ਕੋਲ ਪਾਰਲੀਮੈਂਟ 'ਚ 3 ਨੇ, ਇਹਨਾਂ ਦਾ ਮਤਲਬ ਵਿਧਾਨ ਸਭਾ ਦੇ ਵਿੱਚ 3 ਮੈਂਬਰ ਹੈ। ਤੇ ਦੂਜਾ ਇਹਨਾਂ ਨੇ ਹੁਣੇ ਜ਼ਿਕਰ ਕੀਤਾ ਕਿ ਈਡੀ ਨਹੀਂ ਵਿਜੀਲੈਂਸ ਦੀ ਪਰਮਾਇਸ਼ ਜਾਰੀ ਆ। ਇਹ 2 ਸ਼ਬਦਾਂ ਨੂੰ ਥੋੜਾ ਜਿਹਾ ਮੈਂ ਦਰੁਸਤ ਕਰਨਾ ਚਾਹੂੰਗਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ ਜੀ।